ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ। ਜੀ ਆਇਆਂ ਭਾਸਕਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਲੋ ਭਾਸਕਰ ਸਾਹਿਬ, ਨਾਲੇ ਤਾਂ ਮੈਂ ਖਬਰਾਂ ਸਿੱਧੀਆਂ ਕਰ ਲਾਂ ਤੇ ਨਾਲੇ ਮੁਹਤਰਮਾ ਸ਼ਬੀਨਾ ਦਾ ਇੱਕ ਸ਼ੇਰ ਹੈ, 17 ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਹੈ। ਉਹ ਲਿਖਦੇ ਨੇ, ਜੋ ਖਾਨਦਾਨੀ ਰईस है वो मिजाज रखते हैं नरम अपना, तुम्हारा लहजा बता रहा है तुम्हारी दौलत नहीं नहीं। ਇਹਦਾ ਸਿੱਧਾ ਸੰਬੰਧ ਲਾਭ ਸਿੰਘ ਉਬੋਕੇ ਨਾਲ ਬਿਲਕੁਲ ਨਹੀਂ। ਆਪਾਂ ਗੱਲ ਵਧਾਵਾਂਗੇ ਅੱਗੇ, ਪਰ ਕੱਲ ਅਸੀਂ ਗੱਲ ਕੀਤੀ ਸੀ, ਯੂਪੀ ਸਰਕਾਰ ਨੇ ਚੰਡੀਗੜ੍ਹ 'ਚ ਫੇਰਾ ਤੋਰਾ ਕੀਤਾ। ਸਾਡੇ ਬਹੁਤ ਸਾਰੇ ਇੰਡਸਟਰੀਲਿਸਟ ਉੱਥੇ ਸੀਗੇ, ਉਹ ਭਰ ਬੁੱਕਾਂ ਲੈ ਕੇ ਗਏ ਜਾਂ ਕੱਖ ਨਾ ਮਿਲਿਆ। ਇਹ ਖਬਰ ਬੜੀ ਅਹਿਮ ਆ, ਤੁਹਾਡੇ ਨਾਲ ਉਹਨਾਂ ਹਵਾਲਿਆਂ ਤੋਂ ਹੀ ਅੱਗੇ ਵਧਾਵਾਂਗੇ ਕਿ ਯੂਪੀ ਨੂੰ ਪੰਜਾਬ ਦੇ ਵਿੱਚੋਂ ਕੀ ਮਿਲਿਆ, ਇਨਵੈਸਟਰ ਕਿੰਨੇ ਕੁ ਨਾਲ ਖੜੇ ਹੋਏ, ਸਾਡੇ ਪ੍ਰੋਮੀਨੈਂਟ ਜਿਨ੍ਹਾਂ ਕੋਲ ਕੈਬਨਿਟ ਰੈਂਕ ਵੀ ਆ, ਉਹ ਪੰਜਾਬ ਦੇ ਵਿੱਚ ਹੁਣ ਪੈਸੇ ਲਾਉਣੋਂ ਕਿਉਂ ਡਰਦੇ, ਉਹ ਪੈਸੇ ਬਾਹਰ ਸੁਰੱਖਿਅਤ ਕਿਉਂ ਸਮਝਦੇ ਆ। ਇਹ ਗੱਲਾਂ ਬੜੀਆਂ ਅਹਿਮ ਨੇ। ਪਰ ਜਦੋਂ ਕੱਲ ਅਸੀਂ ਇਹ ਵੀ ਜ਼ਿਕਰ ਕੀਤਾ ਸੀ, ਮੈਂ ਭਾਸਕਰ ਸਾਹਿਬ ਦੀ ਉਸ ਖਬਰ ਨੂੰ ਦੁਬਾਰਾ ਲਵਾਂ। ਇਹਨਾਂ ਦੀ ਫਾਈਂਡਿੰਗ ਸੀ ਐਡਵੋਕੇਟ ਨਵਕਿਰਨ ਸਿੰਘ ਦੇ ਹਵਾਲੇ ਨਾਲ ਕਿ ਅੱਜ ਖੁੱਲ ਜਾਣਗੀਆਂ ਉਹ ਰਿਪੋਰਟਾਂ ਜਿਹੜੀਆਂ ਬੰਦ ਲਿਫਾਫਿਆਂ 'ਚ ਨੇ। ਤਾਂ ਮੇਰਾ ਤੌਖਲਾ ਸੀ ਕਿ ਸ਼ਾਇਦ ਇਹ ਫਿਰ ਇੱਕ ਵਾਰੀ ਲੰਬੀ ਫਹਿਰਿਸਤ ਹੋਊਗੀ, ਇੱਕ ਅਗਲੀ ਤਰੀਕ। ਪਰ 5 ਸਾਲਾਂ ਬਾਅਦ 4 ਰਿਪੋਰਟਾਂ ਖੁੱਲੀਆਂ। ਅਦਾਲਤ ਨੇ ਉਹਨਾਂ ਦੀਆਂ ਫੋਟੋ ਕਾਪੀਜ਼ ਖੋਲ ਕੇ ਸਰਕਾਰ ਹਵਾਲੇ ਕਰਤੀਆਂ, ਕਹਿਤਾ ਕਾਰਵਾਈ ਕਰਕੇ, ਸਖਤ ਕਾਰਵਾਈ ਕਰਕੇ ਦੱਸੋ। ਉਂਝ ਉਹ ਓਰੀਜਨਲ ਫਿਰ ਬੰਦ ਕਰਤੀਆਂ, ਸੀਲ ਕਰਤੀਆਂ। ਪਰ ਇਹਦੇ ਵਿੱਚ ਬੜੇ ਵੱਡੇ ਝੋਲ ਨੇ। ਐਡਵੋਕੇਟ ਨਵਕਿਰਨ ਸਿੰਘ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ, ਭਾਸਕਰ ਸਾਹਿਬ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਹੋਈ ਆ, ਦੁਬਾਰਾ ਗੱਲ ਕਰਦੇ ਆ। ਲੇਕਿਨ ਇੱਥੇ ਆਪਣਿਆਂ ਨੂੰ ਚੋਪੜੀਆਂ ਕਿਵੇਂ ਦਿੱਤੀਆਂ ਜਾਂਦੀਆਂ। ਪ੍ਰਧਾਨ ਮੰਤਰੀ ਕਦੇ ਕਹਿੰਦੇ ਸੀ ਰਿਓੜੀਆਂ ਵੰਡੀਆਂ ਜਾਂਦੀਆਂ। ਕਰਪਸ਼ਨ ਹਰ ਵੇਲੇ ਸਿੱਧੀ ਨਹੀਂ ਹੁੰਦੀ ਕਿ ਮੈਂ ਤੁਹਾਨੂੰ ਪੈਸੇ ਦਿੱਤੇ, ਤੁਸੀਂ ਮੈਨੂੰ ਦਿੱਤੇ। ਕਰਪਸ਼ਨ ਅਖਲਾਕ ਵਿੱਚ ਵੀ ਹੁੰਦੀ ਆ, ਤਰੀਕਿਆਂ 'ਚ ਵੀ ਹੁੰਦੀ ਆ। ਹੁਣ ਰਾਹੁਲ ਭੰਡਾਰੀ ਨੇ ਇੱਕ ਰਿਪੋਰਟ ਕੀਤੀ ਆ, ਸਾਲਾਂ ਤੋਂ ਇੱਕ ਕੰਪਨੀ ਫਾਇਦੇ ਲਈ ਜਾਂਦੀ ਆ, ਟੈਂਡਰ ਕਾਲ ਕੀਤੇ ਬਿਨਾ ਰੀਨਿਊ ਹੋਈ ਜਾਂਦੇ ਆ ਐਗਰੀਮੈਂਟ, ਉਹਨਾਂ ਦੇ ਉੱਤੇ ਗੱਲ ਕਰਾਂਗੇ। ਉਂਝ ਜੇ ਕਾਂਗਰਸ ਦੀ ਗੱਲ ਨਾ ਕੀਤੀ ਚੰਗਾ ਨਹੀਂ ਲੱਗਣਾ। ਰਾਹੁਲ ਗਾਂਧੀ ਸੁਰੱਖਿਆ ਕਾਰਨਾਂ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਯਾਤਰਾ ਤੋਂ ਪਾਸੇ ਹੋ ਜਾਂਦੇ ਆ। ਉਹਨਾਂ ਦੇ ਸਿਕਿਉਰਿਟੀ ਦੇ ਲੋਕ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੰਦੇ ਆ। ਜਲੰਧਰ ਦੇ ਵਿੱਚ ਇਹ ਸੰਕੇਤ ਸਾਫ਼ ਚਲੇ ਗਿਆ ਕਿ ਚੌਧਰੀ ਸੰਤੋਖ ਸਿੰਘ ਮਰਹੂਮ, ਉਹਨਾਂ ਦੇ ਪਰਿਵਾਰ ਚੋਂ ਟਿਕਟ ਲੜੀ ਜਾਊਗੀ। ਰਾਜਾ ਵੜਿੰਗ ਦਾ ਕੱਦ ਅੱਗੇ ਨਾਲੋਂ ਵਧਿਆ ਦਿਸਦਾ ਔਰ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਦੀ ਧਰਮ ਸੁਪਤਨੀ ਨਾਲ ਟੈਲੀਫੋਨਿਕਲੀ ਰਾਬਤਾ ਵੀ ਬਣਾ ਲੈਂਦੇ ਆ। ਜਿਹੜੀ ਧੂੜ ਉੱਡਦੀ ਸੀ ਕਿ ਇੱਕ ਧੜਾ ਵੱਖਰਾ ਹੋ ਰਿਹਾ ਔਰ ਜਿਹਦੇ ਕੋਲ ਸੱਤਾ ਮੌਜੂਦਾ ਦੌਰ 'ਚ ਕਾਂਗਰਸ 'ਚ ਰਾਜਾ ਵੜਿੰਗ ਜਾਂ ਉਹ ਦੂਰ ਨੇ ਔਰ ਇੱਕ ਧੜਾ ਸਿੱਧੂ ਦੁਆਲੇ ਇਕੱਠਾ ਹੋ ਰਿਹਾ, ਇੰਜ ਲੱਗਦਾ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਅਗਲੇ ਸਮੇਂ 'ਚ ਇਕੱਠੇ ਚੱਲਣਗੇ। ਪਰ ਸਵਾਲ ਨਾਲ ਹੀ ਖੜਾ ਹੋ ਜਾਂਦਾ ਕਿ ਬਾਕੀ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਲਈ ਭੱਜ ਨੱਠ ਸ਼ੁਰੂ ਹੋ ਗਈ। ਸ਼੍ਰੋਮਣੀ ਕਮੇਟੀ ਕੁਝ ਫੈਸਲੇ ਵੱਡੇ ਲੈਂਦੀ ਆ। ਅਕਾਲੀ ਰਾਜਨੀਤੀ, ਬਾਦਲਕਿਆਂ ਦੀ ਰਾਜਨੀਤੀ ਸਾਫ਼ ਸੰਕੇਤ ਦੇ ਰਹੀ ਆ। ਤੇ 올ਡ ਪੈਨਸ਼ਨ ਸਕੀਮ ਦੇ ਉੱਤੇ ਪੰਜਾਬ ਦੇ ਚੀਫ ਸੈਕਟਰੀ ਦੀ ਅਗਵਾਈ 'ਚ ਇੱਕ ਕਮੇਟੀ ਬਣਦੀ ਆ। ਫੈਸਲੇ ਹੋ ਚੁੱਕੇ, ਹੁਣ ਕਮੇਟੀਆਂ ਬਣ ਰਹੀਆਂ। ਗੱਲ ਭਾਸਕਰ ਸਾਹਿਬ ਸ਼ੁਰੂ 'ਚ ਚੱਲਦੇ ਆ, ਕੱਖ ਨਹੀਂ ਕਿਹਾ ਲਾਭ ਸਿੰਘ ਉਬੋਕੇ ਨੇ। ਕੀ ਕਹਿਤਾ ਨਾ, ਸੱਤਾ ਹੀ ਹੁੰਦੀ ਆ, ਹੋਰ ਹੁੰਦੀ ਕੀ ਆ। ਬੰਦੇ ਦੇ ਦਿਮਾਗ ਨੂੰ ਜਦੋਂ ਚੜ੍ਹਦੀ ਆ ਉਹ ਸੱਤਾ ਹੀ ਆ। ਔਰ ਪਿਛਲੇ ਸਮਿਆਂ 'ਚ ਅਸੀਂ ਚੜ੍ਹੀ ਦੇਖੀ, ਪਰਚਿਆਂ ਦੇ ਰੂਪ ਦੇ ਵਿੱਚ, ਸੀਨਾ ਜੋਰੀਆਂ ਦੇ ਰੂਪ 'ਚ, ਧੱਕੇਸ਼ਾਹੀਆਂ ਦੇ ਰੂਪ 'ਚ। ਹੋਰ ਕੀ ਸੀਗਾ, ਉਹ ਅਕਾਲੀ ਰਜੀਮ ਹੋਵੇ, ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਜਾਂ ਕੋਈ ਹੋਵੇ, ਆਮ ਸਧਾਰਨ ਬੰਦਾ ਕਿੱਦਾਂ ਰੱਬ ਬਣ ਜਾਂਦਾ ਸਿਆਸਤਦਾਨਾਂ ਦੇ ਰੂਪ ਦੇ ਵਿੱਚ। ਲੇਕਿਨ ਜੇ ਆਮ ਬੰਦਾ ਲਫੇੜੇ ਮਾਰਨ ਦੀ ਗੱਲ ਕਰੇ, ਸੁਰਖੀ ਤਾਂ ਬਣਦੀ ਭਾਵੇਂ ਮੁੱਕਰੀ ਜਾਵੇ। ਬਾਅਦ 'ਚ ਕੀ ਕਹਿੰਦੇ ਹੋ? ਬਿਲਕੁਲ ਰੰਧਾਵਾ ਜੀ, ਇਹ ਪਿੰਡ ਸ਼ਹਿਣਾ ਦੀ ਗੱਲ ਹੈਗੀ ਹੈ, ਜਿੱਥੇ ਕੱਲ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਵੀ ਤੁਰੀ ਸੀ ਔਰ ਉੱਥੇ ਖੋਲਿਆ ਵੀ ਗਿਆ। ਉਹਦਾ ਆਪੋਜੀਸ਼ਨ ਕੀਤਾ ਉਸ ਪਿੰਡ ਦੀ ਸਰਪੰਚ ਦੇ ਮੁੰਡੇ ਨੇ। ਬਹਿਸ ਹੋਈ, ਓਪਨਲੀ ਹੋਈ, ਪਬਲਿਕ ਦੇ ਸਾਹਮਣੇ ਹੋਈ ਔਰ ਉਸ ਸਰਪੰਚ ਦੇ ਮੁੰਡੇ ਨੇ ਕਿਹਾ ਕਿ ਵੀ ਤੁਸੀਂ ਅਗਰ ਇਹ ਮੁਹੱਲਾ ਕਲੀਨਿਕ ਬਣਾਉਣਾ ਹੀ ਸੀਗਾ ਤੇ ਕਿਸੇ ਹੋਰ ਜਗ੍ਹਾ ਬਣਾ ਲੈਂਦੇ। ਇੱਥੇ ਜਿਹੜੀ ਡਿਸਪੈਂਸਰੀ ਚੱਲਦੀ ਸੀ ਉਹ ਬੜੀ ਵਧੀਆ ਤਰੀਕੇ ਨਾਲ ਚੱਲਦੀ ਸੀ ਔਰ ਇਸ ਡਿਸਪੈਂਸਰੀ ਨੂੰ ਤੁਸੀਂ ਚੋਣਾਂ ਦੇ ਕੈਂਪੇਨ ਦੇ ਦੌਰਾਨ ਇਹ ਵੀ ਕਿਹਾ ਸੀ ਕਿ ਇਹਨੂੰ ਅਸੀਂ 17 ਬੈੱਡ ਦਾ ਹਸਪੀਟਲ ਦੇ ਰੂਪ ਵਿੱਚ ਇਹਨੂੰ ਡਿਵੈਲਪ ਕਰਾਂਗੇ। ਇਸ ਗੱਲ ਨੂੰ ਸੁਣ ਕੇ ਗੁੱਸਾ ਚੜ ਗਿਆ ਲਾਭ ਸਿੰਘ ਉਹਨਾਂ ਨੂੰ ਔਰ ਉਹਨਾਂ ਨੇ ਇੱਥੇ ਤੱਕ ਵੀ ਕਹਿਤਾ, ਤੈਨੂੰ ਅਗਰ ਲਫੇੜੇ ਮਾਰ ਕੇ ਅੰਦਰ ਦਿੱਤਾ ਹੁੰਦਾ ਨਾ ਤੇ ਤਾਂ ਤੈਨੂੰ ਪਤਾ ਲੱਗਦਾ।
ਹੁਣ ਇਸ ਭਾਸ਼ਾ ਦਾ ਉਪਯੋਗ ਉਸ ਵਿਅਕਤੀ ਨੇ ਕੀਤਾ ਜਿਹਦੇ ਉੱਤੇ ਜਦ ਐਮਐਲਏ ਬਣੇ ਸੀਗੇ, ਕਹਿੰਦੇ ਬੜੇ ਗਰੀਬ ਪਰਿਵਾਰ ਤੋਂ ਹੈਗੇ ਨੇ, ਇਹਨਾਂ ਦੇ ਪਿਤਾ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਹੈਗੇ ਨੇ, ਔਰ ਇਸ ਤਰ੍ਹਾਂ ਦੇ ਪਰਿਵਾਰਾਂ ਤੋਂ ਉਠਾ ਕੇ ਅਗਰ ਐਮਐਲਏ ਬਣਾਇਆ ਗਿਆ, ਔਰ ਉਹੀ ਐਮਐਲਏ ਜੇ ਲੋਕਾਂ ਨੂੰ ਹੁਣ ਦਬਕੇ ਮਾਰ ਰਹੇ ਨੇ, ਤੇ ਅਕਸ ਸਰਕਾਰ ਦਾ ਵੀ ਕੋਈ ਬਹੁਤਾ ਵਧੀਆ ਜਨਤਾ ਦੇ ਵਿੱਚ ਨਹੀਂ ਜਾਂਦਾ। ਪਰ ਚਲੋ ਕਹਿ ਗਏ, ਗੁੱਸਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ ਜਿਹਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਕਿ ਸਾਡੇ ਐਮਐਲਏ ਨੂੰ ਇੱਜ਼ਤ ਦਿਓ। ਮੈਨੂੰ ਲੱਗਦਾ ਵੀ ਇੱਥੇ ਉਹਨਾਂ ਨੂੰ ਕੋਈ ਬਹੁਤੀ ਇੱਜ਼ਤ ਨਹੀਂ ਮਿਲੀ। ਉਸ ਪ੍ਰੋਟੋਕੋਲ ਦੇ ਹਿਸਾਬ ਨਾਲ ਐਸਐਸਪੀ ਡੀਸੀ ਐਮਐਲਏ ਦੇ ਸੱਜੇ ਪਾਸੇ ਖੱਬੇ ਪਾਸੇ ਬੈਠਣਗੇ, ਇਹ ਗੱਲ ਵੀ ਕਹੀ ਗਈ ਸੀ। ਪਰ ਕੱਲ ਉਹਨਾਂ ਦਾ ਗੁੱਸਾ ਕੰਟਰੋਲ ਤੇ ਨਹੀਂ ਰਿਹਾ ਤੇ ਕਹਿ ਗਏ ਉਹ ਸਭ ਕੁਝ ਜਿਹੜੇ ਪਹਿਲੇ ਐਮਐਲਏ ਕਦੀ ਕਹਿੰਦੇ ਹੁੰਦੇ ਸੀ। ਭਾਸਕਰ ਸਾਹਿਬ, ਵੈਸੇ ਉਹਨਾਂ ਦੇ ਮਾਤਾ ਜੀ ਸਕੂਲ ਦੇ ਵਿੱਚ ਕੰਮ ਕਰਦੇ ਸੀਗੇ, ਉਹਨਾਂ ਦੇ ਪਿਤਾ ਨਹੀਂ ਸੀ ਕਰਦੇ। ਦੂਜੀ ਗੱਲ ਕਿ ਇਹੀ ਐਮਐਲਏ ਬਾਅਦ ਵਿੱਚ ਕਹਿੰਦੇ ਆ ਕਿ ਮੈਂ ਇਹ ਕਿਹਾ ਸੀ ਕਿ ਸਾਡੀ ਜਗ੍ਹਾ ਕੋਈ ਹੋਰ ਹੁੰਦਾ ਤੇ ਤੁਹਾਨੂੰ ਲਫੇੜੇ ਮਾਰ ਕੇ ਉਹਨੂੰ ਅੰਦਰ ਕੀਤਾ ਹੁੰਦਾ। ਔਰ ਇਹ ਸਾਰੀਆਂ ਗੱਲਾਂ ਤਾਂ ਬਾਅਦ ਚ ਆਈਆਂ, ਲੇਕਿਨ ਜਿਹੜੀ ਇਹ ਜ਼ੁਬਾਨ ਸਲਿੱਪ ਹੋਣ ਦੀ ਗੱਲ ਵੀ ਹੈ, ਇਹ ਵੀ ਨਹੀਂ ਹੋਣੀ ਚਾਹੀਦੀ। ਕੱਲ ਇਸੇ ਤਰ੍ਹਾਂ ਦੀਆਂ ਦੋ ਘਟਨਾਵਾਂ ਹੁੰਦੀਆਂ। ਇੱਕ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਜਿੱਥੇ ਮੁੱਖ ਮੰਤਰੀ ਤੇ ਕੇਜਰੀਵਾਲ ਸੀ, ਉੱਥੇ ਵੀ ਇੱਕ ਆਵਾਜ਼ ਉੱਠੀ। ਪੁਲਿਸ ਨੇ ਆਪਣੇ ਪੁਰਾਣੇ ਅੰਦਾਜ਼ ਵਿੱਚ ਬੰਦੇ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਹੱਥ 'ਚ ਫਾਈਲ ਸੀ, ਉਹ ਰੋ ਰਿਹਾ ਸੀ, ਲੇਕਿਨ ਮੁੱਖ ਮੰਤਰੀ ਦੀ ਸਿਫਤ ਕਰਨੀ ਬਣਦੀ ਆ। ਉਹਨਾਂ ਨੇ ਸਟੇਜ ਤੋਂ ਕਿਹਾ ਕਿ ਆਉਣ ਦੋ, ਲੋਕਾਂ ਦੇ ਦੁੱਖ ਬੜੇ ਵੱਡੇ ਆ, ਮੈਂ ਮਿਲ ਕੇ ਜਾਊਂਗਾ, ਇਹਨਾਂ ਨੂੰ ਇੱਧਰ ਲਿਆ ਕੇ ਬਿਠਾ ਦਿਓ। ਉਬੋਕੇ ਸਾਹਿਬ ਇੱਕ ਅਤ ਸਧਾਰਨ ਘਰ ਤੋਂ ਆਉਂਦੇ ਨੇ ਔਰ ਉਹਨਾਂ ਤੋਂ ਇਹ ਉਮੀਦ ਨਹੀਂ ਸੀ ਕੀਤੀ ਜਾ ਰਹੀ ਕਿ ਉਹਨਾਂ ਦੀ ਸੱਤਾ ਸਿਰ ਨੂੰ ਇੰਨੀ ਜਲਦੀ ਚੜ ਜੂ। ਭਾਸਕਰ ਸਾਹਿਬ, ਇਨਵੈਸਟਮੈਂਟ ਬੜਾ ਵੱਡਾ ਮਾਮਲਾ ਹੈ। ਇਸ ਵੇਲੇ ਦੁਨੀਆ ਭਰ ਦੇ ਵਿੱਚ ਇਹਦੇ ਰੌਲੇ ਨੇ। ਚਾਈਨਾ ਦੇ ਵਿੱਚ ਇੰਡਸਟਰੀ ਕਿਵੇਂ ਵਿਕਸਿਤ ਹੋ ਗਈ, ਅਮਰੀਕਾ ਤੋਂ ਕਿਵੇਂ ਸ਼ਿਫਟ ਹੋ ਗਈ, ਯੂਰਪ ਸਾਰਾ ਆਪਣਾ ਮਾਲ ਚਾਈਨਾ ਤੋਂ ਬਣਾਉਣ ਲੱਗ ਗਿਆ। ਇਹ ਸਾਰੀਆਂ ਗੱਲਾਂ ਵਿਸ਼ਵ ਪੱਧਰੀ ਨੇ, ਪਰ ਸਾਡੀਆਂ ਸਟੇਟਾਂ 'ਚ ਇੱਕ ਦੌੜ ਲੱਗੀ ਰਹਿੰਦੀ ਹੈ ਕਿ ਇਨਵੈਸਟਮੈਂਟ ਕਿਹਦੇ ਕੋਲ ਜ਼ਿਆਦਾ ਹੋਵੇ, ਦੇਸ਼ ਦੀਆਂ ਨਾਮੀ ਕੰਪਨੀਆਂ ਕਿੱਥੋਂ ਆਪਣੀ ਪ੍ਰੋਡਕਸ਼ਨ ਕਰਨ। ਸਵਾਲ ਪੰਜਾਬ ਔਰ ਯੂਪੀ ਸਰਕਾਰ ਦਾ ਬਣਿਆ ਪਿਆ, ਇੱਕੋ ਵੇਲੇ ਕੰਪੇਨ ਕਰ ਰਹੇ ਆ ਇਨਵੈਸਟਮੈਂਟ ਦੀ, ਹਾਲਾਂਕਿ ਸਾਰੇ ਹੀ ਕਰ ਰਹੇ। ਕੱਲ ਚੰਡੀਗੜ੍ਹ ਦੇ ਵਿੱਚ ਜਦੋਂ ਯੂਪੀ ਸਰਕਾਰ ਦੇ ਨੁਮਾਇੰਦੇ ਬੈਠੇ ਸੀ ਤਾਂ ਸਾਡੇ ਵਾਲੇ ਕਿਹੜੇ ਕਿਹੜੇ ਸੀ, ਇਹ ਵੀ ਪਰਦਾ ਚੱਕੋ ਜ਼ਰਾ। ਕਿਹੜੇ ਕਿਹੜੇ ਇਨਵੈਸਟਰ, ਕਿਹੜੇ ਕਿਹੜੇ ਇੰਡਸਟਰੀਅਲਿਸਟ, ਕਿਹੜੇ ਕਿਹੜੇ ਸਾਡੇ ਵੱਡੇ ਬੰਦੇ ਜਿਹੜੇ ਸਰਕਾਰਾਂ 'ਚ ਵੀ ਹਿੱਸੇਦਾਰੀ ਰੱਖਦੇ ਨੇ ਸਦਾ, ਜਿਹੜੇ ਸਰਕਾਰਾਂ 'ਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਆ, ਉਹ ਯੂਪੀ ਸਰਕਾਰ ਦੇ ਨਾਲ ਵੀ ਸਾਂਝ ਪਾ ਕੇ। ਕੀ ਕਹਿੰਦੇ ਹੋ? ਇਸ ਸਾਂਝ ਦੀ ਗੱਲਾਂ ਕੁਝ ਦਿਨ ਪਹਿਲੇ ਵੀ ਹੋਈ ਸੀ ਜਦ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਚੇਨਈ ਤੇ ਹੈਦਰਾਬਾਦ ਦੇ ਦੌਰੇ ਦੇ ਵਿੱਚ ਸੀਗੇ। 2 ਦਿਨ ਪਹਿਲੇ ਯੂਪੀ ਸਰਕਾਰ ਨੇ ਅਖਬਾਰਾਂ ਦੇ ਵਿੱਚ ਇੱਕ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਦੇ ਕੇ 5 ਜਨਵਰੀ ਤੋਂ ਲੈ ਕੇ 23 ਜਨਵਰੀ ਤੱਕ ਕਿੰਨੀ ਕੁ ਇਨਵੈਸਟਮੈਂਟ ਕਿਸ ਸੂਬੇ ਤੋਂ ਇੰਡਸਟਰੀ ਦੀ ਉਹਨਾਂ ਦੇ ਨਾਲ ਐਮਓਯੂ ਸਾਈਨ ਕਰਕੇ ਬੈਠੀ ਹੋਈ, ਉਹਦਾ ਜ਼ਿਕਰ ਕੀਤਾ ਸੀਗਾ। ਉਹਦੇ ਨਾਲ ਨਾਲ ਕਮਿੰਗ ਸੂਨ ਕਰਕੇ 27 ਜਨਵਰੀ ਯਾਨੀ ਕੱਲ ਇੱਕ ਰੋਡ ਸ਼ੋਅ ਯੂਪੀ ਸਰਕਾਰ ਦਾ ਚੰਡੀਗੜ੍ਹ ਵਿਖੇ ਹੋਣਾ ਸੀਗਾ। ਉਸ ਤੋਂ ਬਾਅਦ ਉਹ ਡਾਟਾ ਵੀ ਨਿਕਲ ਕੇ ਆਇਆ ਵੀ ਕਿੰਨੇ ਕੁ ਐਮਓਯੂ ਸਾਈਨ ਹੋਏ ਨੇ। ਐਮਓਯੂ ਸਾਈਨ ਹੋਏ ਨੇ ਕਰੀਬ 10,000 ਕਰੋੜ ਦੇ। ਔਰ ਐਮਓਯੂ ਸਾਈਨ ਕਰਨ ਵਾਲੀ ਕੰਪਨੀਆਂ ਕਿਹੜੀਆਂ ਜਿਹੜੀ ਪੰਜਾਬ ਦੇ ਵਿੱਚ ਬੜੇ ਟਾਈਮ ਤੋਂ ਕੰਮ ਕਰ ਰਹੀ ਸੀ। ਔਰ ਉਹਨਾਂ ਕੰਪਨੀਆਂ ਦੇ ਵਿੱਚ ਇੱਕ ਨਾਮ ਬੜਾ ਇੰਟਰਸਟਿੰਗ ਹੈਗਾ, ਕਿਉਂਕਿ ਜਿਨ੍ਹਾਂ ਨੂੰ ਕੈਬਨਿਟ ਦਾ ਸਟੇਟਸ ਵੀ ਦਿੱਤਾ ਹੋਇਆ ਔਰ ਉਹਨਾਂ ਨੂੰ ਇਨਵੈਸਟਮੈਂਟ ਅਟਰੈਕਟ ਕਰਨ ਵਾਸਤੇ ਵੀ ਔਰ ਇੰਡਸਟਰੀ ਦੇ ਫਾਇਦੇ ਵਾਸਤੇ ਜਿੰਨੀ ਵੀ ਸਕੀਮ ਜਾਂ ਜਿੰਨੀ ਵੀ ਕੋਈ ਯੋਜਨਾ ਚਲਾਣੀ ਹੈ ਉਹਦਾ ਇੱਕ ਇੰਚਾਰਜ ਜਿਹਾ ਬਣਾਇਆ ਹੋਇਆ ਹੈ। ਉਹ ਹੈਗੀ ਹੈ ਟਰਾਈਡੈਂਟ ਇੰਡਸਟਰੀ। ਟਰਾਈਡੈਂਟ ਇੰਡਸਟਰੀ ਦੇ ਮਾਲਕ ਰਾਜਿੰਦਰ ਗੁਪਤਾ, ਚਲੋ ਹੁਣ ਮਾਲਕ ਵਜੋਂ ਪਿੱਛੇ ਹਟ ਗਏ ਨੇ, ਆਪਣੇ ਬੇਟੇ ਨੂੰ ਸਾਰੀ ਉਹਨਾਂ ਨੇ ਜਿਹੜੀ ਰਿਸਪੌਂਸਿਬਿਲਿਟੀ ਦੇ ਦਿੱਤੀ ਹੈ। ਪਰ ਉਹਨਾਂ ਨੇ ਵੀ 800 ਕਰੋੜ ਰੁਪਏ ਦੇ ਐਮਓਯੂ ਸਾਈਨ ਕੀਤੇ ਨੇ ਯੂਪੀ ਸਰਕਾਰ ਦੇ ਵਿੱਚ ਕਿ ਆਉਣ ਵਾਲੇ ਟਾਈਮ ਵਿੱਚ ਸਾਡੀ ਟਰਾਈਡੈਂਟ ਇੰਡਸਟਰੀ ਤੁਹਾਡੇ ਯੂਪੀ ਦੇ ਵਿੱਚ 800 ਕਰੋੜ ਰੁਪਏ ਇਨਵੈਸਟ ਕਰੇਗੀ। ਔਰ ਨਾਹਰ ਗਰੁੱਪ, ਪੰਜਾਬ ਦੇ ਵਿੱਚ ਨਾਹਰ ਗਰੁੱਪ ਦਾ ਬੜਾ ਨਾਂ ਹੈਗਾ, ਇਹਨਾਂ ਨੇ ਵੀ 800 ਕਰੋੜ ਰੁਪਏ ਦੇ ਐਮਓਯੂ ਸਾਈਨ ਕੀਤੇ ਨੇ। ਸਪਰੇ ਇੰਜੀਨੀਅਰਿੰਗ, ਇਹ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਯੂਨਿਟ ਹੈ, ਇਹਨਾਂ ਨੇ 1000 ਕਰੋੜ ਰੁਪਏ ਦੇ ਐਮਓਯੂ ਸਾਈਨ ਕੀਤੇ ਨੇ। ਇੱਕ ਮਾਧਵ KRG ਪ੍ਰਾਈਵੇਟ ਲਿਮਿਟਿਡ ਕਰਕੇ ਇੱਕ ਕੰਪਨੀ ਹੈ, 700 ਕਰੋੜ ਰੁਪਏ ਦਾ ਵਾਅਦਾ ਉਹਨਾਂ ਨੇ ਵੀ ਯੂਪੀ ਸਰਕਾਰ ਨਾਲ ਕਰਤਾ। ਔਰ ਪਿਛਲੇ ਦਿਨਾਂ ਦੇ ਵਿੱਚ ਜਦ ਲੁਧਿਆਣੇ ਦੀ ਸਾਈਕਲ ਇੰਡਸਟਰੀ ਤੋਂ ਲੈ ਕੇ ਹੋਰ ਵੱਡੀ ਵੱਡੀ ਇੰਡਸਟਰੀ ਉੱਥੇ ਗਈ ਸੀ ਯੋਗੀ ਆਦਿੱਤਿਆਨਾਥ ਉਹਨਾਂ ਨੂੰ ਮਿਲਣ, ਉੱਥੇ 2 ਲੱਖ ਕਰੋੜ ਰੁਪਏ ਦੇ ਕਥਿਤ ਤੌਰ ਤੇ ਐਮਓਯੂ ਸਾਈਨ ਕਰਕੇ ਆਏ ਸੀ। ਪੰਜਾਬ ਸਰਕਾਰ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈ। ਯੂਪੀ ਸਰਕਾਰ ਜਿੱਥੇ, ਕਿਉਂਕਿ ਕੰਪੈਰੀਜ਼ਨ ਅਗਰ ਯੂਪੀ ਦਾ ਪੰਜਾਬ ਨਾਲ ਕਰੀਏ ਤੇ ਅਸੀਂ ਪੰਜਾਬ ਨੂੰ ਕਈ ਤਰੀਕੇ ਨਾਲ ਯੂਪੀ ਤੋਂ ਬਿਹਤਰ ਸਮਝਦੇ ਹਾਂ। ਚਲੋ ਸਾਡੀ ਆਪਣੀ ਇੱਕ ਰੈਪੂਟੇਸ਼ਨ ਹੈਗੀ ਹੈ, ਪਰ ਸਾਡੀ ਇਨਵੈਸਟਮੈਂਟ ਬਾਹਰ ਜਾਏ ਔਰ ਬਾਹਰ ਦੀ ਇਨਵੈਸਟਮੈਂਟ ਇੱਥੇ ਆ ਕੇ ਆਉਣ ਨੂੰ ਤਿਆਰ ਨਾ ਹੋਏ, ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ। ਇਹਦੇ ਵਾਸਤੇ
ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖੀ ਗਈ, ਗੈਂਗਸਟਰਾਂ ਦਾ ਪ੍ਰਭਾਵ ਜਿਸ ਤਰੀਕੇ ਨਾਲ ਪੰਜਾਬ ਵਿੱਚ ਵਧਿਆ, ਉਹਨੂੰ ਵੀ ਰਿਸਪੌਂਸਿਬਲ ਠਹਿਰਾਇਆ ਜਾਂਦਾ। ਮੈਨੂੰ ਲੱਗਦਾ ਹੈ ਕਿ 23 ਫਰਵਰੀ ਨੂੰ ਜਦ ਇਨਵੈਸਟਮੈਂਟ ਸਮਿਟ ਪੰਜਾਬ ਦੇ ਵਿੱਚ ਹੋਏਗੀ, ਉਹਦੇ ਵਿੱਚ ਸਾਡੀ ਆਪ ਦੀ ਪੰਜਾਬ ਦੀ ਇੰਡਸਟਰੀ ਕਿੰਨਾ ਕੁ ਇੰਟਰਸਟ ਸ਼ੋ ਕਰਦੀ ਹੈ, ਔਰ ਉਸ ਤੋਂ ਇਲਾਵਾ ਜਿਹੜੇ ਬਾਹਰ ਦੇ ਸੂਬੇ ਜਿੱਥੇ ਭਗਵੰਤ ਮਾਨ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਦੇਖੇ ਗਏ, ਉੱਥੋਂ ਕਿੰਨੀ ਕੁ ਇਨਵੈਸਟਮੈਂਟ ਆਉਂਦੀ ਹੈ। ਸ਼ਾਇਦ ਇਸ ਗੱਲ ਦੇ ਰਾਹੀਂ ਪੰਜਾਬ ਸਰਕਾਰ ਯੂਪੀ ਸਰਕਾਰ ਦੀ ਜਿਹੜੀ ਇਨਵੈਸਟਮੈਂਟ ਦੀ ਲਿਸਟ ਹੈ ਉਹਨੂੰ ਬੀਟ ਕਰਨ ਦੀ ਕੋਸ਼ਿਸ਼ ਕੀਤੇ, ਪਰ ਇਹ ਤੇ ਫਾਈਨਲ ਰਿਜ਼ਲਟ 23 ਫਰਵਰੀ ਨੂੰ ਆਏਗਾ। ਔਰ ਉਸ ਤੋਂ ਪਹਿਲੇ ਜਿਸ ਤਰੀਕੇ ਨਾਲ MOU ਸਾਈਨ ਕਰਨ ਦਾ ਵਾਅਦਾ ਪਿਛਲੀ ਸਰਕਾਰਾਂ ਨੇ ਕੀਤਾ ਸੀਗਾ, ਔਰ ਗਰਾਊਂਡ ਜ਼ੀਰੋ ਤੇ ਬਹੁਤਾ ਕੁਝ ਨਹੀਂ ਦੇਖਿਆ ਗਿਆ ਸੀ, ਕਿਤੇ ਐਦਾਂ ਹੀ ਯੂਪੀ ਨਾਲ ਜਾਂ ਪੰਜਾਬ ਨਾਲ ਆਉਣ ਵਾਲੇ ਟਾਈਮ ਵਿੱਚ ਨਾ ਹੋਏ, ਇਸ ਗੱਲ ਨੂੰ ਵੀ ਇਨਸ਼ੋਰ ਕਰਨਾ ਚਾਹੀਦਾ ਹੈ ਸਾਰੀ ਸਰਕਾਰਾਂ ਨੂੰ। ਸਤਨਾਮ ਸਿੰਘ ਸੰਧੂ ਚੰਡੀਗੜ੍ਹ ਯੂਨੀਵਰਸਿਟੀ ਦੇ ਕਰਤਾ ਧਰਤਾ ਨੇ। ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਬਿਲਕੁਲ ਮੁਹਾਲੀ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਸਥਾਪਿਤ ਹੈ, ਉਹਨਾਂ ਨੇ ਲਖਨਊ ਦੇ ਵਿੱਚ ਇੱਕ ਯੂਨੀਵਰਸਿਟੀ ਖੋਲਣ ਦਾ ਫੈਸਲਾ ਕੀਤਾ ਹੋਇਆ, ਔਰ ਉਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ। ਸਾਡੇ ਰਸੂਖਦਾਰ ਸਟੇਟ ਨੂੰ ਛੱਡ ਕੇ ਜੇ ਜਾ ਰਹੇ ਹੋਣ ਤਾਂ ਉਹਨਾਂ ਨਾਲ ਨਿੱਠ ਕੇ ਬਹਿ ਕੇ ਗੱਲ ਵੀ ਕਰਨੀ ਚਾਹੀਦੀ ਕਿ ਆਖਰ ਉਹ ਕਿਹੜੇ ਕਾਰਨ ਆ, ਕੀ ਹੁਣ ਇੱਥੇ ਬਿਜ਼ਨਸ ਵਾਇਬਲ ਨਹੀਂ ਰਹੇ, ਕੀ ਇੱਥੇ ਸਰਵਾਈਵਲ ਔਖੀ ਆ, ਕਿਹੜੇ ਕਾਰਨ ਨੇ। ਮੈਨੂੰ ਲੱਗਦਾ ਸਰਕਾਰਾਂ ਕੋਲ ਜੇ ਫੁਰਸਤ ਹੋਵੇ ਤੇ ਇੱਧਰ ਧਿਆਨ ਜ਼ਰੂਰ ਦੇਣ। ਵੈਸੇ ਭਾਸਕਰ ਸਾਹਿਬ, ਸਾਡੇ ਕੁਝ ਮਾਮਲੇ ਇੰਨੇ ਕੁ ਪਚੀਦਾ ਹੋ ਗਏ, ਜੇ ਤੁਸੀਂ ਅੱਜ ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਦੇ ਹੋ ਤੇ ਇਹਦੀ ਜੜ ਦੇ ਵਿੱਚ ਨਸ਼ਾ ਪਿਆ, ਔਰ ਉਹ ਨਸ਼ਾ ਕਿਸੇ ਵੀ ਤਣ ਪੱਤਣ ਨਹੀਂ ਲੱਗਦਾ, ਇਹਦਾ ਕੋਈ ਹੱਲ ਹੀ ਨਹੀਂ ਲੱਗਦਾ। 2 ਸਰਕਾਰਾਂ ਇਸੇ ਮੁੱਦੇ ਤੇ ਆਈਆਂ, ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕ ਕੇ ਆ ਗਏ, ਕੱਖ ਨਹੀਂ ਹੋਇਆ। ਹੁਣ ਵਾਲਿਆਂ ਨੇ ਵੀ ਇਹ ਕਿਹਾ ਸੀ ਕਿ ਅਸੀਂ ਇਹਦੇ ਤੇ ਤਰਜੀਹੀ ਤੌਰ ਤੇ ਕੰਮ ਕਰਾਂਗੇ। ਅਜੇ ਵੀ ਜੇਕਰ ਹਾਈ ਕੋਰਟ ਦੇ ਵਿੱਚ ਐਡਵੋਕੇਟ ਨਵਕਿਰਨ ਆਪਣੀ ਪਟੀਸ਼ਨ ਦਾਇਰ ਕਰਕੇ ਮੰਗ ਕਰਦੇ ਕਿ ਘੱਟੋ ਘੱਟ ਇਹਦੇ 'ਚ ਜਿਹੜੇ ਰਸੂਖਦਾਰ ਨੇ, ਅਫਸਰ ਨੇ, ਪੁਲਿਸ ਅਧਿਕਾਰੀ ਨੇ, ਘੱਟੋ ਘੱਟ ਕੁਝ ਚੀਜ਼ਾਂ ਪਰਦੇ ਤੇ ਆ ਜਾਣ, ਨੰਗੀਆਂ ਹੋ ਜਾਣ। ਤੇ ਕੱਲ ਮਾਣਯੋਗ ਹਾਈ ਕੋਰਟ ਨੇ ਇੱਕ ਅਰਸੇ ਬਾਅਦ ਉਹ ED ਦੀ ਰਿਪੋਰਟ ਤੋਂ ਲੈ ਕੇ ਕੇਂਦਰ ਦੀਆਂ ਜਵਾਬ ਤਲਬੀਆਂ ਤੇ ਬਾਕੀ ਸਾਰੀਆਂ ਗੱਲਾਂ, ਕੁਝ ਰਿਪੋਰਟਾਂ ਪਬਲਿਕ ਕੀਤੀਆਂ ਨੇ, ਭਾਵੇਂ ਉਹ ਪਬਲਿਕ ਡੋਮੇਨ 'ਚ ਨਹੀਂ ਆਈਆਂ, ਖੋਲ ਦਿੱਤੀਆਂ ਨੇ, ਸਰਕਾਰ ਨੂੰ ਭੇਜ ਦਿੱਤੀਆਂ ਨੇ ਕਾਰਵਾਈ ਕਰਨ ਲਈ ਕਹਿਤਾ। ਤੁਸੀਂ ਇਹ ਕੱਲ ਗੱਲ ਕੀਤੀ ਸੀ, ਤੁਹਾਡੀ ਗੱਲ ਦੁਬਾਰਾ ਵੀ ਐਡਵੋਕੇਟ ਸਾਹਿਬ ਨਾਲ ਹੋਈ, ਨਵਕਿਰਨ ਜੀ ਨਾਲ। ਮੈਨੂੰ ਦੱਸਿਓ ਜ਼ਰਾ ਕਿ ਕੱਲ ਵਾਪਰਿਆ ਕੀ, ਔਰ ਕੁਝ ਨਵੀਂ ਗੱਲ ਵੀ ਹੋਈ ਆ ਜਾਂ ਉਹੀ ਗੱਲਾਂ ਜਿਹੜੀਆਂ ਪੁਰਾਣੀਆਂ ਸੀ ਉਹਨਾਂ ਦਾ ਹੀ ਦੁਹਰਾਓ ਦੇਖਦੇ ਅਸੀਂ। ਕੱਲ ਨਵੀਂ ਗੱਲ ਹੋਈ ਹੈ, ਕਿਉਂਕਿ ਪਹਿਲੀ ਵਾਰ ਹਾਈ ਕੋਰਟ ਨੇ ਇਹ ਡਬਲ ਬੈਂਚ ਦੇ ਸਾਹਮਣੇ ਇਹ ਕੇਸ ਲੱਗਿਆ ਸੀ। ਇਹ ਪਟੀਸ਼ਨ ਨਵਕਿਰਨ ਉਹਨਾਂ ਨੇ, ਜਿਹੜੇ ਲਾਇਰ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ, ਯਾਨੀ ਉਹਨਾਂ ਨੇ ਇੱਕ ਪਲੇਟਫਾਰਮ ਬਣਾਇਆ, ਉਹਦੀ ਤਰਫੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ। ਇਹ ਜਸਟਿਸ ਗੁਰਮੀਤ ਸਿੰਘ ਸੰਧੇਵਾਲੀਆ ਤੇ ਹਰਪ੍ਰੀਤ ਕੌਰ ਜੀਵਨ, ਉਹਨਾਂ ਦੀ ਕੋਰਟ ਦੇ ਵਿੱਚ ਇਹ ਪਟੀਸ਼ਨ ਲੱਗੀ ਸੀ। ਕੱਲ ਕੋਰਟ ਨੇ 2 ਘੰਟੇ ਦੀ ਸੁਣਵਾਈ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਕਿ ਇਹ 4 ਰਿਪੋਰਟਾਂ ਦਾ ਜ਼ਿਕਰ ਹੈ। ਪਹਿਲੇ ਅਸੀਂ ਕੱਲ ਦੇ ਪ੍ਰੋਗਰਾਮ ਦੇ 3 ਰਿਪੋਰਟਾਂ ਦਾ ਜ਼ਿਕਰ ਕੀਤਾ ਸੀਗਾ, ਹੁਣ ਇਹ 4 ਰਿਪੋਰਟਾਂ ਹੈ। ਇੱਕ ਤੇ ਹਰਪ੍ਰੀਤ ਸਿੱਧੂ ਵਾਲੀ ਰਿਪੋਰਟ, ਤੁਹਾਨੂੰ ਯਾਦ ਹੋਏਗਾ ਜਦੋਂ STS ਦੇ ਮੁਖੀ ਹੁੰਦੇ ਸੀ, ਉਸ ਤੋਂ ਪਹਿਲੇ ਸਿਧਾਰਥ ਚਟੋਪਾਧਿਆ ਉਹਨਾਂ ਦੀ, ਔਰ ED ਦੀ ਰਿਪੋਰਟਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੋ ਹਜੇ ਤੱਕ ਹਾਈ ਕੋਰਟ ਦੇ ਵਿੱਚ ਬੰਦ ਲਿਫਾਫਿਆਂ ਦੇ ਰੂਪ ਵਿੱਚ ਪਈ ਹੋਈ ਸੀ। ਕੱਲ ਉਹ ਰਿਪੋਰਟਾਂ ਖੋਲੀਆਂ ਗਈਆਂ, ਸਰਕਾਰ ਨੂੰ ਉਹ ਰਿਪੋਰਟਾਂ ਭੇਜ ਦਿੱਤੀਆਂ ਗਈਆਂ, ਔਰ ਅਗਲੀ ਫਰਵਰੀ 15 ਤੱਕ ਸਰਕਾਰ ਤੋਂ ਐਕਸ਼ਨ ਟੇਕਨ ਰਿਪੋਰਟ ਤੱਕ ਵੀ ਮੰਗ ਲਈ ਗਈ ਹੈ ਕਿ ਦੱਸੋ ਤੁਸੀਂ ਇਹਨਾਂ ਰਿਪੋਰਟਾਂ ਨੂੰ ਖੋਲਿਆ ਕਿਉਂ ਨਹੀਂ, ਔਰ ਇਹਨਾਂ ਰਿਪੋਰਟਾਂ ਦੇ ਉੱਤੇ ਐਕਸ਼ਨ ਕੀ ਲਿੱਤਾ। ਇਹ ਰਿਪੋਰਟ ਹੈ ਕੀ? ਇਸ ਰਿਪੋਰਟ ਦੇ ਵਿੱਚ ਪੁਲਿਸ ਤੇ ਡਰੱਗ ਪੈਡਲਰਸ ਦੇ ਨੈਕਸਸ ਦਾ ਜ਼ਿਕਰ ਹੈ। ਕੁਝ ਨਾਂ ਵੀ ਉਜਾਗਰ ਹੋਏ ਨੇ, ਕੁਝ ਨਾਂ ਤੇ ਪਬਲਿਕ ਡੋਮੇਨ ਦੇ ਵਿੱਚ ਹੈਗੇ ਹੀ ਨੇ, ਜਿਸ ਤਰ੍ਹਾਂ SSP ਰਾਜਜੀਤ ਸਿੰਘ ਜਿਹੜੇ ਮੋਗਾ ਦੇ SSP ਹੁੰਦੇ ਸੀਗੇ, ਉਹਨਾਂ ਦਾ ਨਾਂ ਇੰਦਰਜੀਤ ਸਿੰਘ ਇੰਸਪੈਕਟਰ, ਜੋ ਕਿ ਡਰੱਗ ਦੇ ਕੇਸ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਨੇ। ਉਸ ਤੋਂ ਇਲਾਵਾ ਵੀ ਕਈ ਇਸ ਤਰ੍ਹਾਂ ਦੇ ਨਾਂ ਹੈਗੇ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਕਦੀ ਵੀ ਅੱਗੇ ਵਧਦੀ ਨਜ਼ਰ ਨਹੀਂ ਆਉਂਦੀ। ਜਦ ਡਰੱਗ ਨੂੰ ਕੰਟਰੋਲ ਕਰਨ ਦੀ ਗੱਲ ਅਸੀਂ ਪੰਜਾਬ ਦੇ ਵਿੱਚ ਕਰਦੇ ਹਾਂ ਜਾਂ ਵੱਖ-ਵੱਖ ਸਰਕਾਰਾਂ ਵਾਅਦੇ ਕਰਦੀਆਂ, ਤੇ ਇਹ ਗੱਲ ਸਾਫ਼ ਹੁੰਦੀ ਹੈ ਕਿ ਬਿਨਾਂ ਪੁਲਿਸ ਦੀ ਇਨਵੋਲਵਮੈਂਟ ਤੋਂ, ਪੁਲਿਸ ਦੀ ਕਨਵੈਂਸ ਤੋਂ ਕਿਸੇ ਵੀ ਡਰੱਗ ਰੈਕੇਟ ਨੂੰ ਬਹੁਤੇ ਵੱਡੇ ਪੱਧਰ ਤੇ ਨਹੀਂ ਚਲਾਇਆ ਜਾ ਸਕਦਾ। ਔਰ ਇਸ ਰਿਪੋਰਟ ਦੇ ਵਿੱਚ ਵੀ ਇਹੀ ਨੈਕਸਸ ਦਾ ਜ਼ਿਕਰ ਹੈਗਾ। ਮੈਨੂੰ ਇਹ ਲੱਗਦਾ ਕਿ ਗੱਲ ਅੱਗੇ ਤੁਰੀ ਹੈ, ਪਰ ਅੱਗੇ ਤੁਰਨ ਤੋਂ ਬਾਅਦ 15 ਫਰਵਰੀ ਨੂੰ ਜਦ ਸਰਕਾਰ ਉਹਨਾਂ ਰਿਪੋਰਟਾਂ ਨੂੰ ਦੇਖ ਕੇ ਉਹਨਾਂ ਰਿਪੋਰਟਾਂ ਦੇ ਵਿੱਚ ਐਕਸ਼ਨ ਕਿਉਂ ਨਹੀਂ ਲਿੱਤਾ ਤੇ ਅੱਗੇ ਚੱਲ ਕੇ ਐਕਸ਼ਨ ਕੀ ਲੈਣਾ ਚਾਹੁੰਦੇ ਨੇ, ਉਹਦਾ ਵੀ ਜ਼ਿਕਰ ਹੋਏਗਾ। ਤੇ ਇਹ ਗੱਲ ਹੁਣ ਅੱਗੇ ਵੱਧਦੀ ਨਜ਼ਰ ਆਏਗੀ। DGP ਜੇਲ੍ਹ ਹੁੰਦੇ ਸੀਗੇ ਸ਼ਸ਼ੀ ਕਾਂਤ, ਉਹਨਾਂ ਨੇ ਵੀ 2017 ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਔਰ ਉਸ ਪਟੀਸ਼ਨ ਤੋਂ ਬਾਅਦ ਹੀ
ਸਰਕਾਰ ਨੇ SIT ਬਣਾਈ, SIT ਦੀ ਰਿਪੋਰਟਾਂ ਵੀ ਗਈਆਂ, ਉਹਨਾਂ ਰਿਪੋਰਟਾਂ ਨੂੰ ਖੋਲਿਆ ਨਹੀਂ ਗਿਆ, ਪਰ ਇਹਨਾਂ ਵਿੱਚੋਂ ਇੱਕ ਰਿਪੋਰਟ ਜ਼ਰੂਰ ਸਰਕਾਰ ਨੇ ਖੋਲ ਕੇ ਦੇਖੀ ਸੀ, ਜਿਹਦੇ ਹਿਸਾਬ ਨਾਲ 20 ਦਸੰਬਰ ਨੂੰ, ਪਿਛਲੇ ਸਾਲ 20 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਇੱਕ FIR ਦਰਜ ਕੀਤੀ ਸੀ। ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਉਹ ਜੇਲ੍ਹ ਵੀ ਗਏ, 5.5 ਮਹੀਨੇ ਤੋਂ ਬਾਅਦ ਉਹਨਾਂ ਦੀ ਬੇਲ ਹੋ ਜਾਂਦੀ ਹੈ, ਔਰ ਕੋਰਟ ਉਸ ਬੇਲ ਐਪਲੀਕੇਸ਼ਨ ਦੇ ਉੱਤੇ ਜਦ ਆਪਣਾ ਆਰਡਰ ਸੁਣਾਉਂਦੀ ਹੈ ਤੇ ਇਹ ਵੀ ਗੱਲ ਕਹਿੰਦੀ ਹੈ ਕਿ ਵੀ ਇਹਦੇ ਵਿੱਚ ਬਹੁਤੇ ਤੱਥ ਇਦਾਂ ਦੇ ਨਹੀਂ ਹੈਗੇ ਜਿਹਦੇ ਨਾਲ ਵਿਕਰਮ ਮਜੀਠੀਆ ਉਹਨਾਂ ਦੀ ਕੋਈ ਇਨਵੋਲਵਮੈਂਟ ਲੱਗਦੀ ਹੈ। ਪਰ ਉਸ ਦੇ ਨਾਲ ਕੋਰਟ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੀ ਇਹ ਕੀਤੀ ਹੋਈ ਟਿੱਪਣੀ ਦਾ ਅਸਰ ਇਨਵੈਸਟੀਗੇਸ਼ਨ ਤੇ ਨਹੀਂ ਪੈਣਾ ਚਾਹੀਦਾ। ਹੁਣ ਉਹ ਇਨਵੈਸਟੀਗੇਸ਼ਨ ਕਿੱਥੇ ਖੜੀ ਹੈ? ਪੁਲਿਸ ਨੈਕਸਸ ਦੇ ਬਾਰੇ ਚ ਹੁਣ ਸਰਕਾਰ ਦਾ ਕੀ ਰੁਖ ਹੁੰਦਾ ਹੈ? ਇਹ 15 ਫਰਵਰੀ ਨੂੰ ਜਦ ਸਰਕਾਰ ਦੇ ਨੁਮਾਇੰਦੇ ਹਾਈ ਕੋਰਟ ਦੇ ਵਿੱਚ ਪੇਸ਼ ਹੋਣਗੇ ਤਦ ਹੀ ਪਤਾ ਲੱਗੂਗਾ। ਦੇਖੋ, ਦੋ ਰਿਪੋਰਟਾਂ ਦਾ ਜ਼ਿਕਰ ਹੋਇਆ। ਇੱਕ ਤਾਂ ਹਰਪ੍ਰੀਤ ਸਿੰਘ ਸਿੱਧੂ ਵਾਲੀ ਰਿਪੋਰਟ, ਜਿਹਦੇ ਵਿੱਚ ਉਹਨਾਂ ਨੇ ਆਪਣਾ ਸਾਫ਼-ਸਾਫ਼ ਰੁਖ ਜ਼ਾਹਰ ਕਰਤਾ, ਜਿਹਦੇ ਉੱਤੇ ਬਾਅਦ ਦੇ ਵਿੱਚ ਸਰਕਾਰ ਨੇ ਇੱਕ ਜਵਾਬ ਵੀ ਦਾਇਰ ਕੀਤਾ ਹਾਈ ਕੋਰਟ ਦੇ ਵਿੱਚ। ਸ਼ਾਇਦ NS ਕਲਸੀ ਸੀਗੇ ਉਦੋਂ ਦੇ ਅਧਿਕਾਰੀ, ਔਰ ਇੱਕ ਹੋਰ ਅਧਿਕਾਰੀ ਵੱਲੋਂ ਜਿਹੜੇ ਪੇਸ਼ ਕੀਤਾ ਗਿਆ ਜਵਾਬ ਉਹ ਵੀ ਖੋਲਿਆ ਗਿਆ, ਔਰ ਇਹ ਸਾਫ਼ ਹੋਇਆ ਕਿ ਇਹਨਾਂ ਦੋ ਅਧਿਕਾਰੀਆਂ ਨੇ, ਹਰਪ੍ਰੀਤ ਸਿੰਘ ਸਿੱਧੂ ਔਰ ਜਿਹੜੇ ED ਦੇ ਉੱਚ ਅਧਿਕਾਰੀ ਸੀ ਨਿਰੰਜਨ ਸਿੰਘ, ਜਿਨ੍ਹਾਂ ਨੇ ਫਰਦਰ ਇਨਵੈਸਟੀਗੇਸ਼ਨ ਵਿਕਰਮ ਮਜੀਠੀਆ ਦੇ ਮਾਮਲੇ 'ਚ ਵੀ ਹੋਣ ਦੀ ਗੱਲ ਕੀਤੀ ਸੀ। ਉਹਨਾਂ ਨੇ ਤੱਥ ਹੋਣ ਦੀ ਗੱਲ ਕੀਤੀ ਸੀਗੀ ਕਿ ਇਹਦੇ 'ਚ ਅੱਗੇ ਇਨਵੈਸਟੀਗੇਸ਼ਨ ਦੀ ਲੋੜ ਹੈ, ਔਰ ਹਰਪ੍ਰੀਤ ਸਿੰਘ ਸਿੱਧੂ ਦੀ ਜਿਹੜੀ STF ਸੀ, STF ਦੇ ਮੁਖੀ ਵਜੋਂ ਜਿਹੜੀ ਉਹਨਾਂ ਨੇ ਰਿਪੋਰਟ ਸਬਮਿਟ ਕੀਤੀ ਸੀ ਸੀਲਬੰਦ, ਉਹਦੇ ਆਧਾਰ ਤੇ ਜਿਹੜਾ ਸਰਕਾਰ ਨੇ ਜਵਾਬ ਦਿੱਤਾ ਉਹਦੇ ਵਿੱਚ ਵੀ ਸਹਿਮਤੀ ਜ਼ਾਹਰ ਕੀਤੀ ਗਈ ਕਿ ਉਹਨਾਂ ਸਾਰਿਆਂ ਤੇ ਕਾਰਵਾਈ ਹੋ ਚੁੱਕੀ ਹੈ, ਕਿ ਉਹ ਸਰਕਾਰ ਕਰਕੇ ਲੌਜੀਕਲ ਐਂਡ ਤੱਕ ਪਹੁੰਚ ਚੁੱਕੀ ਆ। ਇਹ ਸਾਰੇ ਸਵਾਲ ਤਾਂ ਉੱਠਣਗੇ, ਪਰ ਜਿਹੜੀਆਂ ਰਿਪੋਰਟਾਂ ਸੀਲਬੰਦ ਨੇ ਅਜੇ, ਪਰ ਸਰਕਾਰ ਨੂੰ ਫੋਟੋਕਾਪੀ ਮਿਲ ਚੁੱਕੀ ਆ, ਪੁਲਿਸ ਅਧਿਕਾਰੀਆਂ ਨਾਲ ਸੰਬੰਧਿਤ, ਇਹ ਸਾਰੇ ਨੈਕਸਸ ਨਾਲ ਸੰਬੰਧਿਤ, ਕਿ ਉਹਦੇ ਉੱਤੇ ਸਰਕਾਰ ਵਿਦਿਨ ਡੇਜ਼, ਅਗਲੇ ਹਫ਼ਤੇ ਤੋਂ ਕਾਰਵਾਈ ਸ਼ੁਰੂ ਕਰੇਗੀ। ਇਹਦੇ ਸੰਬੰਧੀ ਫਿਰ ਕੋਈ SIT ਬਣਾਤੀ ਜਾਏਗੀ, ਇਹਦੀ ਫਰਦਰ ਇਨਵੈਸਟੀਗੇਸ਼ਨ ਲਈ ਕੀ ਕੀਤਾ ਜਾਏਗਾ, ਇਹ ਸਰਕਾਰ ਨੇ ਰੁਖ ਤੈਅ ਕਰਨਾ। ਹਾਲਾਂਕਿ ਉਹ ਕੋਰਟ 'ਚ ਕਹਿ ਚੁੱਕੇ ਆ ਕਿ ਅਸੀਂ ਜਿਹੜੀ ਇਹ ਰਿਪੋਰਟ ਹੈਗੀ ਇਹਦੇ ਆਧਾਰ ਤੇ FIR ਕਰ ਚੁੱਕੇ ਆ, ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਨੇ, ਪਰ ਫਿਰ ਵੀ ਪੰਜਾਬ ਦੇ ਲੋਕ ਨੀਝ ਲਾ ਕੇ ਵੇਖਦੇ ਆ ਕਿ ਇਹਨਾਂ ਕੇਸਿਸ ਦੇ ਵਿੱਚ ਕੁਝ ਵੀ ਹੋਵੇ, ਸਾਫ਼ ਹੋਵੇ, ਕੋਈ ਦੋਸ਼ੀ ਆ ਨਹੀਂ ਦੋਸ਼ੀ ਆ, ਉਹ ਸਾਰੇ ਤੱਥ ਤਸਦੀਕ ਹੋਣ ਤੋਂ ਬਾਅਦ ਇਹਨੂੰ ਸਪੀਡ ਅਪ ਪਹਿਲਾਂ ਤਾਂ ਕੀਤਾ ਜਾਵੇ। ਭਾਸਕਰ ਸਾਹਿਬ, ਲੱਗਦਾ ਹੈ ਕਿ ਜੇ ਕੋਰਟ ਲਗਾਤਾਰ ਇਹਦੀ ਸੁਣਵਾਈ ਦੇ ਵਿੱਚ ਸਖਤ ਰੁਖ ਅਖਤਿਆਰ ਕਰੇਗੀ, ਸਰਕਾਰਾਂ ਨੂੰ ਵਿਚਲੇ ਰਸਤੇ ਅਖਤਿਆਰ ਕਰਨ ਦਾ ਮੌਕਾ ਘੱਟ ਦੇਊਗੀ, ਪੰਜਾਬ ਦੇ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕਿਸ ਤਰੀਕੇ ਨਾਲ ਇਹ ਚੀਜ਼ਾਂ ਵਾਪਰਦੀਆਂ ਰਹੀਆਂ ਜਾਂ ਟੋਟਲ ਸਿਆਸਤ ਹੋਈ ਆ। ਮੈਂ ਥੋੜਾ ਜਿਹਾ ਅੱਗੇ ਚੱਲਾਂ, ਜਦੋਂ ਸਿਆਸਤ ਦੀ ਗੱਲ ਹੁੰਦੀ ਹੈ ਤੇ ਉਦੋਂ ਪੁਰਾਣੀ ਪੈਨਸ਼ਨ ਸਕੀਮ ਦਾ ਰੌਲਾ ਸਾਰੀਆਂ ਸਟੇਟਾਂ 'ਚ ਪਿਆ। ਇਲੈਕਸ਼ਨ ਜਿੱਤਣ ਲਈ ਇਹਨੂੰ ਬੜਾ ਹਥਿਆਰ ਵਜੋਂ ਵਰਤਿਆ ਗਿਆ। ਸਾਰੀਆਂ ਇਲੈਕਸ਼ਨ ਜਿਹੜੀਆਂ ਹੁਣੇ ਹੋ ਕੇ ਹਟੀਆਂ, ਹਿਮਾਚਲ ਦੇ ਵਿੱਚ ਤਾਂ ਐਲਾਨ ਵੀ ਹੋ ਗਿਆ, ਸੁਖੂ ਸਾਹਿਬ ਨੇ, CM ਨੇ ਐਲਾਨ ਕਰਤਾ ਹੈ। ਔਰ ਮੈਂ ਇਹਦੇ ਵਿੱਚ ਤੁਹਾਡੇ ਕੋਲ ਜਿਹੜਾ ਸਵਾਲ ਲੈ ਕੇ ਆਉਣਾ ਇਸ ਤੋਂ ਪਹਿਲਾਂ, ਉਹ ਹੈਗਾ ਕਾਂਗਰਸ ਦੀ ਪੋਲਿਟਿਕਸ ਦਾ। ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚੋਂ ਰਾਹੁਲ ਗਾਂਧੀ ਮਾਈਨਸ ਹੋ ਗਏ ਸੁਰੱਖਿਆ ਕਾਰਨਾਂ ਕਰਕੇ। ਉਹ ਕਹਿੰਦੇ ਜਦੋਂ ਅਸੀਂ ਟਨਲ ਚੋਂ ਨਿਕਲੇ ਤੇ ਅੱਗੇ ਸਾਨੂੰ ਫੋਰਸਸ ਦੇ ਰੂਪ 'ਚ, ਸੁਰੱਖਿਆ ਕਰਮੀਆਂ ਦੇ ਰੂਪ 'ਚ ਕੁਝ ਨਹੀਂ ਮਿਲਿਆ, ਤੇ ਮੇਰੇ ਸੁਰੱਖਿਆ ਕਰਮੀਆਂ ਨੇ ਮੈਨੂੰ ਇਹ ਸਾਫ਼ ਲਫ਼ਜ਼ਾਂ 'ਚ ਕਹਿਤਾ ਕਿ ਸਾਨੂੰ ਅੱਗੇ ਜਾਰੀ ਨਹੀਂ ਰੱਖਣੀ ਚਾਹੀਦੀ। ਉਹ ਵਿੱਚੋਂ ਬਾਹਰ ਚਲੇ ਗਏ। ਜੈਰਾਮ ਰਮੇਸ਼ ਤੇ ਬਾਕੀ ਲੋਕਾਂ ਦੀ ਅਗਵਾਈ 'ਚ ਉਹ ਯਾਤਰਾ ਅੱਗੇ ਚੱਲੀ। ਪੰਜਾਬ ਦੇ ਵੀ ਕਾਫੀ ਲੀਡਰ ਉੱਥੇ ਮੌਜੂਦ ਸੀਗੇ। ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਕੱਲ ਜਲੰਧਰ ਦੇ ਵਿੱਚ ਵੀ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਅੰਤਮ ਅਰਦਾਸ ਦਾ ਮੌਕਾ ਸੀ, ਉੱਥੇ ਮੁੱਖ ਮੰਤਰੀ ਹਿਮਾਚਲ ਵੀ ਆਏ। ਇਹ ਗੱਲ ਤਾਂ ਸਾਫ਼ ਹੋ ਗਈ ਕਿ ਇਲੈਕਸ਼ਨ ਉਹਨਾਂ ਦੇ ਪਰਿਵਾਰ 'ਚੋਂ ਉਹਨਾਂ ਦੀ ਧਰਮ ਸੁਪਤਨੀ ਹੀ ਲੜੇਗੀ। ਸਵਾਲ ਇਸ ਤੋਂ ਜ਼ਿਆਦਾ ਅਹਿਮ ਆ ਕਿ ਪੰਜਾਬ ਪੋਲਿਟਿਕਸ ਵਿੱਚ ਕਾਂਗਰਸ ਦਾ ਰੂਪ ਸਰੂਪ ਕੀ ਹੋਊਗਾ, ਜਲੰਧਰ 'ਚੋਂ ਕਿੰਨੀ ਕੁ ਪੋਜੀਸ਼ਨ ਉਹਨਾਂ ਦੀ ਠੀਕ ਰਹੂਗੀ, ਤੇ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ 'ਚ ਜਿਹੜੀਆਂ ਦੂਰੀਆਂ ਸੀ ਉਹਨਾਂ ਦੇ, ਉਹ ਵੀ ਬਰਫ਼ ਪਿਘਲੀ ਆ ਜਦੋਂ ਰਾਜਾ ਵੜਿੰਗ ਨੇ ਸਿੱਧੂ ਦੀ ਘਰਵਾਲੀ ਨਾਲ ਫੋਨ ਤੇ ਗੱਲਬਾਤ ਕਰ ਲਈ। ਔਰ ਅਗਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਈ ਕਮਾਂਡ ਦਾ ਰੁਖ ਰਹੂਗਾ ਸਿੱਧੂ ਨੂੰ ਲੈ ਕੇ, ਰਾਜਾ ਵੜਿੰਗ ਤੋਂ ਬਾਹਰ ਨਹੀਂ ਹੋ ਸਕਦੇ। ਸਭ ਤੋਂ ਪਹਿਲੇ ਤੇ ਰਾਹੁਲ ਗਾਂਧੀ ਦੀ ਯਾਤਰਾ ਜਦ ਜੰਮੂ ਐਂਡ ਕਸ਼ਮੀਰ ਜਾਣ ਵਾਲੀ ਸੀ, ਉਸ ਤੋਂ ਪਹਿਲੇ ਇੱਕ ਸਵਾਲ ਉੱਠਦਾ ਸੀਗਾ ਕਿ ਰਾਹੁਲ ਗਾਂਧੀ ਉਹਨਾਂ ਜੰਮੂ ਕਸ਼ਮੀਰ ਜਾਣ ਦਿੱਤੇ ਜਾਣਗੇ, ਕਿਉਂਕਿ ਕੇਂਦਰ ਸਰਕਾਰ ਨੇ ਸਿਕਿਉਰਿਟੀ ਦੇ ਮੁੱਦੇ ਤੇ ਕਈ ਵਾਰ ਸਵਾਲ ਉਠਾਏ ਸੀ ਕਿ ਜੇ ਰਾਹੁਲ ਗਾਂਧੀ ਉਹਨਾਂ ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਨੇ, ਭਾਵੇਂ ਕਾਰ ਵਿੱਚ ਜਾਂਦੇ ਨੇ ਜਾਂ ਫਿਰ ਚੱਲਦੇ ਹੋਏ ਜਾਂਦੇ ਨੇ, ਤੇ ਉਸ ਯਾਤਰਾ ਨੂੰ ਖਤਰਾ ਹੈ। ਕੱਲ ਰਾਹੁਲ ਗਾਂਧੀ ਉਹਨਾਂ ਦੀ ਯਾਤਰਾ ਕਸ਼ਮੀਰ ਦੇ ਵਿੱਚ ਐਂਟਰ ਕਰ ਗਈ ਸੀ।
ਔਰ ਜਦ ਉਹ ਉਸ ਟਨਲ ਤੋਂ ਬਾਹਰ ਨਿਕਲੇ ਤੇ ਅਚਾਨਕ ਉਹਨਾਂ ਨੇ ਦੇਖਿਆ ਵੀ ਸਾਰੇ ਸਿਕਿਉਰਿਟੀ ਵਾਲੇ ਔਰ ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਨੇ ਜਿਹੜੀ ਸਿਕਿਉਰਿਟੀ ਲਾਈ ਸੀ ਉਹ ਅਚਾਨਕ ਗਾਇਬ ਹੋ ਜਾਂਦੇ ਨੇ। ਉਹਨਾਂ ਦੇ ਨਾਲ ਚੱਲਣ ਵਾਲੇ ਉਹਨਾਂ ਦੇ ਆਪ ਦੇ ਸੁਰੱਖਿਆ ਕਰਮੀ ਸਲਾਹ ਦਿੰਦੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਕਿ ਤੁਸੀਂ ਅੱਗੇ ਨਾ ਜਾਓ, ਕਾਰਨ ਕਿ ਜਿਸ ਤਰੀਕੇ ਨਾਲ ਇਹ ਸਿਕਿਉਰਿਟੀ ਹਟਾਈ ਗਈ ਹੈ ਇਹ ਆਪਣੇ ਆਪ ਵਿੱਚ ਕੋਈ ਚਾਲ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਨਾ ਯਾਤਰਾ ਨੂੰ ਅੱਗੇ ਲੈ ਕੇ ਜਾਣ ਦਾ, ਯਾਤਰਾ ਤੇ ਗਈ ਅੱਗੇ, ਪਰ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਉਸ ਯਾਤਰਾ ਤੋਂ ਅਲੱਗ ਕਰ ਲਿਆ। ਅੱਜ ਯਾਤਰਾ ਉਹ ਦੁਬਾਰਾ ਸ਼ੁਰੂ ਹੋਏਗੀ ਕਿ ਉਹ ਸਿਕਿਉਰਿਟੀ ਵਾਲੇ ਜਿਹੜੇ ਚਲੇ ਗਏ ਸੀ ਉਹ ਅੱਜ ਆ ਜਾਣਗੇ, ਕਿਉਂਕਿ ਯਾਤਰਾ ਦੇ ਵਿੱਚ ਜਦ ਧੱਕਾ ਮੁੱਕੀ ਹੁੰਦੀ ਹੈ ਔਰ ਕਿਸੇ ਵੀ ਤਰੀਕੇ ਦੀ ਬ੍ਰੀਚ ਹੁੰਦੀ ਹੈ ਉਹਦੀ ਰਿਸਪੌਂਸਿਬਿਲਿਟੀ ਉਸ ਸੂਬੇ ਦੀ ਸਰਕਾਰ ਯਾਨੀ ਕਸ਼ਮੀਰ, ਜੰਮੂ ਐਂਡ ਕਸ਼ਮੀਰ ਜਿਹੜੀ ਯੂਨੀਅਨ ਟੈਰੀਟਰੀ ਹੈ, ਉਸ ਤੋਂ ਇਲਾਵਾ ਕੇਂਦਰ ਦੀ ਸਰਕਾਰ, ਉਹਨਾਂ ਦੇ ਉੱਤੇ ਇਸ ਗੱਲ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਸਿਕਿਉਰਿਟੀ ਦੇ ਮੁੱਦੇ ਤੇ ਅੱਗੇ ਚੱਲ ਕੇ ਜਦ ਉਹ ਕਸ਼ਮੀਰ ਦੇ ਵਿੱਚ ਆਪਣਾ 30 ਜਨਵਰੀ ਦਾ ਉਹ ਰੈਲੀ ਅਟੈਂਡ ਕਰਦੇ ਨੇ, ਉਸ ਤੋਂ ਪਹਿਲੇ ਇਸ ਤਰ੍ਹਾਂ ਦੀ ਕੋਈ ਹੋਰ ਵੀ ਰੁਕਾਵਟ ਆਉਂਦੀ ਹੈ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੋਏਗਾ। ਪਰ ਨਾਲ ਦੇ ਨਾਲ ਕਾਂਗਰਸ ਦੀ ਰਾਜਨੀਤੀ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦੀ 26 ਜਨਵਰੀ ਨੂੰ ਹੋਣ ਵਾਲੀ ਰਿਹਾਈ ਨਹੀਂ ਹੋ ਸਕੀ। ਉਸ ਤੋਂ ਬਾਅਦ ਲਗਾਤਾਰ ਸਿੱਧੂ ਉਹਨਾਂ ਦੇ ਸਮਰਥਕ, ਖਾਸ ਕਰਕੇ ਸ਼ਮਸ਼ੇਰ ਸਿੰਘ ਦੂਲੋ ਉਹਨਾਂ ਦਾ ਨਾਂ ਲਈਏ, ਨਵਤੇਜ ਸਿੰਘ ਚੀਮਾ ਉਹਨਾਂ ਦਾ ਨਾਂ ਲਈਏ, ਜਾਂ ਫਿਰ ਉਹ तमाम ਆਗੂ ਜਿਹੜੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪਟਿਆਲੇ ਦੇ ਘਰ ਦੇ ਵਿੱਚ ਕੀਤੀ ਗਈ ਸੀ, ਉਹਨਾਂ ਨੇ ਇਲਜ਼ਾਮ ਲਾਇਆ ਕਿ ਸੂਬੇ ਦੀ ਕਾਂਗਰਸ, ਉਹਨਾਂ ਨੇ ਕਦੀ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਰਿਲੀਜ਼ ਨਾ ਹੋਣ ਕਰਕੇ ਸੂਬੇ ਦੀ ਸਰਕਾਰ ਨੂੰ ਰਿਸਪੌਂਸੀਬਲ ਨਹੀਂ ਠਹਿਰਾਇਆ। ਰਾਜਾ ਵੜਿੰਗ ਉਹਨਾਂ ਇਸ ਮੁੱਦੇ ਤੇ ਚੁੱਪ ਕਿਉਂ ਸੀ? ਹਾਲਾਂਕਿ ਰਾਜਾ ਵੜਿੰਗ ਉਹਨਾਂ ਦਾ, ਜਦ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਦ ਉਹਨਾਂ ਦੇ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਨਾਲ ਉਹਨਾਂ ਦੀ ਫੋਨ ਤੇ ਗੱਲ ਹੋ ਗਈ ਸੀ ਔਰ ਉਸ ਮੁੱਦੇ ਤੇ ਕਾਫੀ ਲੰਬੀ ਡਿਸਕਸ਼ਨ ਹੋਈ। ਹੁਣ ਅੱਗੇ ਚੱਲ ਕੇ ਇਹ ਰਾਜਨੀਤੀ ਖਾਸ ਕਰਕੇ ਸਿੱਧੂ ਦੀ ਰਿਲੀਜ਼ ਦੇ ਉੱਤੇ ਕਾਂਗਰਸ ਨੂੰ ਕਿੱਥੇ ਲੈ ਕੇ ਜਾਂਦੀ ਹੈ, ਕਿਉਂਕਿ ਤਲਵਾਰਾਂ ਤੇ ਕੱਢ ਲਈ ਹੈ ਔਰ ਰਾਜਾ ਵੜਿੰਗ ਦਾ ਨਾਂ ਲੈ ਕੇ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸੂਬੇ ਦੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਹਜੇ ਮੈਚੁਰ ਨਹੀਂ ਹੈ, ਸਿੰਸੀਅਰ ਨਹੀਂ ਹੈ, ਔਰ ਸਿੱਧੂ ਦੇ ਮੁੱਦੇ ਤੇ ਬਹੁਤਾ ਨਾ ਬੋਲਣਾ ਔਰ ਖਾਸ ਕਰਕੇ ਸਰਕਾਰ ਦਾ ਜਾਣਬੁੱਝ ਕੇ ਸਿੱਧੂ ਦੀ ਰਿਹਾਈ ਦੀ ਫਾਈਲ ਨੂੰ ਕਲੀਅਰ ਨਾ ਕਰਨਾ, ਉਹ ਆਪਣੇ ਆਪ ਵਿੱਚ ਕਾਂਗਰਸ ਦੇ ਵਿੱਚ ਤੇ ਬੜਾ ਵੱਡਾ ਇਸ਼ੂ ਬਣਿਆ ਹੋਇਆ ਹੈ। ਹਜੇ ਦੂਜੇ ਪੋਲੀਟੀਕਲ ਐਰੀਨਾ ਦੇ ਵਿੱਚ ਇੰਨਾ ਵੱਡਾ ਇਸ਼ੂ ਨਹੀਂ ਬਣਿਆ। ਪਰ ਹਾਂ, ਕੱਲ ਜਦ ਜਲੰਧਰ ਦੇ ਵਿੱਚ ਮਰਹੂਮ ਚੌਧਰੀ ਸੰਤੋਖ ਸਿੰਘ ਉਹਨਾਂ ਦਾ ਭੋਗ ਸੀਗਾ, ਉਸ ਭੋਗ ਦੇ ਵਿੱਚ ਇਹ ਗੱਲ ਤੇ ਕਲੈਰੀਫਾਈ ਰਾਜਾ ਵੜਿੰਗ ਉਹਨਾਂ ਨੇ ਆਪ ਕਰਤੀ ਕਿ ਟਿਕਟ ਪਰਿਵਾਰ ਨੂੰ ਮਿਲੇਗੀ ਔਰ ਉਹਨਾਂ ਦੀ ਧਰਮ ਪਤਨੀ ਡਾਕਟਰ ਕਰਮਜੀਤ ਕੌਰ ਉਹਨਾਂ ਨੂੰ ਬਤੌਰ ਕੈਂਡੀਡੇਟ ਕਾਂਗਰਸ ਦਾ ਆਉਣ ਵਾਲੀ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਉਤਾਰੇਗੀ। ਉਸ ਤੋਂ ਬਾਅਦ ਦੂਜੀ ਪੋਲੀਟੀਕਲ ਪਾਰਟੀਆਂ ਦੀ ਆਪਣੇ ਆਪ ਵਿੱਚ ਇੱਕ ਐਕਸਰਸਾਈਜ਼ ਜ਼ਰੂਰ ਸ਼ੁਰੂ ਹੋਈ, ਹਾਲਾਂਕਿ ਉਹ ਐਕਸਰਸਾਈਜ਼ ਤਾਂ ਪਹਿਲੇ ਹੀ ਸ਼ੁਰੂ ਸੀ ਕਿ ਅਕਾਲੀ ਦਲ ਇਹ ਸੀਟ ਬਸਪਾ ਵਾਸਤੇ ਛੱਡੂਗਾ ਜਾਂ ਫਿਰ ਆਪਣਾ ਕੋਈ ਕੈਂਡੀਡੇਟ ਉਸ ਜਿਮਨੀ ਚੋਣ ਦੇ ਵਿੱਚ ਉਤਾਰੇਗਾ। ਹਜੇ ਇਹ ਸਵਾਲ ਅਕਾਲੀ ਦਲ ਵਾਸਤੇ ਖੜਾ ਹੈ। ਜਿੱਥੇ ਤੱਕ ਭਾਜਪਾ ਦੀ ਗੱਲ ਹੋਈ, ਵਿਜੇ ਕੁਮਾਰ ਸਾਂਪਲਾ ਜਿਹੜੇ ਨੈਸ਼ਨਲ ਚੇਅਰਮੈਨ ਨੇ ਸ਼ਡਿਊਲ ਕਾਸਟ ਕਮਿਸ਼ਨ ਦੇ, ਉਹ ਆਪਣੇ ਬੇਟੇ ਵਾਸਤੇ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਬੇਟੇ ਨੂੰ ਉੱਥੋਂ ਟਿਕਟ ਮਿਲ ਜਾਏ। ਔਰ ਬਾਕੀ ਰਹੀ ਆਮ ਆਦਮੀ ਪਾਰਟੀ ਦੀ ਗੱਲ, ਆਮ ਆਦਮੀ ਪਾਰਟੀ ਨੇ ਹਜੇ ਤੱਕ ਆਪਣਾ ਕੈਂਡੀਡੇਟ ਸ਼ਾਰਟਲਿਸਟ ਨਹੀਂ ਕੀਤਾ ਔਰ ਇਹ ਵੀ ਖਬਰ ਆਈ ਹੈ ਕਿ ਦੂਜੀ ਪੋਲੀਟੀਕਲ ਪਾਰਟੀਆਂ ਦੇ ਵੱਡੇ ਆਗੂ ਯਾਨੀ ਖਾਸ ਕਰਕੇ ਲੋਕਲ ਆਗੂ, ਉਹਨਾਂ ਦੇ ਉੱਤੇ ਉਹਨਾਂ ਨੇ ਨਜ਼ਰ ਗਾੜ ਕੇ ਰੱਖੀ ਹੈ ਔਰ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਹੈ ਕੋਈ ਕੈਂਡੀਡੇਟ ਇੰਪੋਰਟ ਕੀਤਾ ਜਾਏ ਔਰ ਉਸ ਇੰਪੋਰਟਡ ਕੈਂਡੀਡੇਟ ਨੂੰ ਆਪਣਾ ਕੈਂਡੀਡੇਟ ਬਣਾ ਕੇ ਆਮ ਆਦਮੀ ਪਾਰਟੀ ਇਸ ਜਿਮਨੀ ਚੋਣ ਦੇ ਵਿੱਚ ਉਤਾਰ ਸਕਦੀ ਹੈ। ਉਹਦਾ ਕਾਰਨ ਵੀ ਇਸ ਕਰਕੇ ਹੈ, ਸੰਗਰੂਰ ਬਾਈ ਇਲੈਕਸ਼ਨ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਕਿਸੇ ਵੀ ਤਰੀਕੇ ਦਾ ਐਕਸਪੈਰੀਮੈਂਟ ਨਹੀਂ ਕਰਨਾ ਚਾਹੁੰਦੀ। ਉਹ ਪੂਰਾ ਸਰਵੇ ਕਰਾਉਣ ਤੋਂ ਬਾਅਦ ਜਿਹੜਾ ਕੈਂਡੀਡੇਟ ਪ੍ਰਭਾਵੀ ਜਾਂ ਜਿੱਤੂ ਕੈਂਡੀਡੇਟ ਹੋ ਸਕਦਾ ਹੈ ਉਹਦੇ ਉੱਤੇ ਦਾਅਵ ਖੇਡੇਗੀ। ਇਹ ਪਾਲਿਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਲੀਅਰ ਹੈ। ਹੁਣ ਜਿੱਤੂ ਕੌਣ ਹੋਏਗਾ ਇਹ ਤੇ ਆਉਣ ਵਾਲੇ ਜਿਮਨੀ ਚੋਣ ਦੇ ਅਨਾਉਂਸਮੈਂਟ ਤੋਂ ਬਾਅਦ, ਇਲੈਕਸ਼ਨ ਹੋਣ ਤੋਂ ਬਾਅਦ ਜਦ ਰਿਜ਼ਲਟ ਆਏਗਾ ਤਾਂ ਹੀ ਪਤਾ ਲੱਗੂਗਾ। ਇਹ ਜੋਖਮ ਨਹੀਂ ਉਹ ਲੈਣਾ ਚਾਹੁੰਦੇ, ਪਰ ਜੋਖਮ ਕੌਣ ਲੈਣਾ ਚਾਹੁੰਦਾ? ਜੋਖਮ ਤਾਂ ਆ ਜਾਂਦੇ ਨੇ। ਸੰਗਰੂਰ ਦੇ ਵਿੱਚ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਭਗਵੰਤ ਮਾਨ ਵਾਲੀ ਸੀਟ ਜਿਹੜੀ ਹਾਰਦੇ ਹੀ ਨਹੀਂ, ਉਹ 2 ਵਾਰੀ ਜਿੱਤ ਕੇ ਆਏ। ਜਦੋਂ ਸਾਰੇ ਹਾਰ ਗਏ ਉਦੋਂ ਭਗਵੰਤ ਮਾਨ ਇਕੱਲੇ ਜਿੱਤ ਗਏ ਔਰ ਪਾਰਲੀਮੈਂਟ ਚੋਂ ਇਕੱਲੇ ਮੈਂਬਰ ਰਹਿ ਗਏ ਆਮ ਆਦਮੀ ਪਾਰਟੀ ਦੇ ਸਾਰੇ ਦੇਸ਼ ਦੇ ਵਿੱਚੋਂ। ਇਹ ਕੌਣ ਸੋਚ ਸਕਦਾ ਸੀ ਵੀ ਜਦੋਂ ਮੁੱਖ ਮੰਤਰੀ ਬਣ ਜਾਣਗੇ, ਪ੍ਰਭਾਵਸ਼ਾਲੀ ਹੋ ਜਾਣਗੇ ਤੇ ਉਹਨਾਂ ਦੀ ਸੀਟ ਹੱਥੋਂ ਚਲੇ ਜਾਊਗੀ। ਇਹ ਪੰਜਾਬ ਦੇ ਲੋਕਾਂ ਦੀ ਫਿਤਰਤ ਆ, ਇਹ ਮਾਨਸਿਕਤਾ ਹੈ, ਇਹ ਵਿਰੋਧ ਦੀ ਮਾਨਸਿਕਤਾ। ਉਹ ਸੱਤਾ ਦੇ ਖਿਲਾਫ ਖੜਾ ਹੋਣਾ ਜਾਣਦੇ ਨੇ। ਪੰਜਾਬ ਦੇ ਲੋਕਾਂ ਨੂੰ ਇਹ ਸ਼ਰਫ ਹਾਸਲ ਹੈ ਕਿ ਉਹਨਾਂ ਨੇ ਇੱਥੋਂ ਅਰੁਣ ਜੇਟਲੀ ਨੂੰ ਹਰਾਇਆ ਜਦੋਂ ਦੇਸ਼ ਦੇ ਵਿੱਚ ਮੋਦੀ ਲਹਿਰ ਚੱਲ ਰਹੀ ਸੀ। ਔਰ ਬਹੁਤ ਮੌਕੇ ਇਹੋ ਜਿਹੇ ਆਏ
ਹੁਣ ਇੱਥੇ ਸਵਾਲ ਭਾਸਕਰ ਸਾਹਿਬ ਇਹ ਬੜਾ ਵੱਡਾ ਉੱਠਦਾ ਹੈ ਕਿ ਅਕਾਲੀ ਹਲਕਿਆਂ 'ਚ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਔਰ ਉਹ ਵੱਡੇ ਆਗੂ ਜਿਹੜੇ ਅਕਾਲੀ ਦਲ ਦੇ ਨੇ ਅੱਜ ਕੱਲ, ਉਹ ਸਾਰੇ ਇਸ ਗੱਲ ਦੇ ਉੱਤੇ ਇਮਾਦਾ ਨੇ ਕਿ ਕਿਸੇ ਤਰੀਕੇ ਨਾਲ ਇਸ ਸੀਟ ਤੋਂ ਮਾਇਆਵਤੀ ਨੂੰ ਲਿਆ ਕੇ ਲੜਾਓ, ਔਰ ਉਹ ਇਸ ਗੱਲ ਲਈ ਬੈਟਿੰਗ ਕਰ ਰਹੇ ਆ ਵੀ ਭਾਜਪਾ ਬਸਪਾ ਦੇ ਵਰਕਰਾਂ ਨੂੰ, ਬਸਪਾ ਦੇ ਲੀਡਰਾਂ ਨੂੰ, ਖਾਸ ਤੌਰ ਤੇ ਕਰੀਮਪੁਰੀ ਗੜੀ, ਉਹਨਾਂ ਸਾਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇ ਉਹ ਆ ਜਾਣ ਤੇ ਫਿਰ ਵੇਖਣੀ ਵਾਲੀ ਗੱਲ ਹੋਊਗੀ। ਨੈਸ਼ਨਲ ਪੱਧਰ ਦੇ ਉੱਤੇ ਸਾਰਾ ਮੀਡੀਆ ਫੋਕਸ ਇੱਥੇ ਕਰੂਗਾ, ਇਹ ਜ਼ਿਮਨੀ ਚੋਣ ਦੀ ਅਹਿਮੀਅਤ ਵਧੂਗੀ, ਸਾਡੇ ਗੱਠਜੋੜ ਦੀ ਅਹਿਮੀਅਤ ਵਧੂਗੀ, ਔਰ ਖਾਸ ਤੌਰ ਤੇ ਬਸਪਾ ਦਾ ਪੰਜਾਬ ਵਿੱਚ ਆਧਾਰ ਬੜਾ ਵੱਡਾ ਹੋ ਜਾਊਗਾ। ਇਸ ਗੱਲ ਦੇ ਉੱਤੇ ਹੁਣ ਤੱਕ ਜ਼ੋਰ ਲਾਇਆ ਜਾ ਰਿਹਾ ਕਿ ਤੁਸੀਂ ਜਿੱਤ ਹਾਰ ਬਾਰੇ ਨਾ ਸੋਚੋ, ਤੁਸੀਂ ਇਹ ਸੋਚੋ ਕਿ ਬਸਪਾ ਨੂੰ ਕਿੰਨਾ ਵੱਡਾ ਹੁਲਾਰਾ ਮਿਲ ਸਕਦਾ ਹੈ ਔਰ ਇਹ ਗੱਠਜੋੜ ਦਾ, ਔਰ ਇਹ ਵੀ ਕਿਹਾ ਗਿਆ ਕਿ ਜ਼ਿੰਮੇਵਾਰੀ ਸਾਡੀ, ਲੜਾਂਗੇ ਅਸੀਂ, ਲੇਕਿਨ ਲਿਆਓ ਉਹਨਾਂ ਨੂੰ। ਪਰ ਸਵਾਲ ਇਸ ਗੱਲ ਤੇ ਆ ਕਿ ਕੀ ਮਾਇਆਵਤੀ ਇਹ ਰਿਸਕ ਲੈ ਸਕਣਗੇ? ਕਿ ਉਹ ਗਰਾਊਂਡ ਰਿਐਲਿਟੀਜ਼ ਤੋਂ ਵਾਕਿਫ ਨਹੀਂ ਨੇ? ਦੂਜੀ ਗੱਲ ਕਿ ਜੇਕਰ ਇਹ ਬਸਪਾ ਦੇ ਵੱਲੋਂ ਕਰੀਮਪੁਰੀ ਸਾਹਿਬ, ਗੜੀ ਸਾਹਿਬ ਜਾਂ ਕੋਈ ਹੋਰ ਲੜਦੇ ਨੇ ਤਾਂ ਫਿਰ ਉਹ ਸਥਿਤੀ ਕਿਹੋ ਜੀ ਬਣਨ ਵਾਲੀ ਆ? ਅਕਾਲੀ ਦਲ ਦੇ ਉੱਤੇ ਇਲਜ਼ਾਮ ਵੀ ਆਊਗਾ ਕਿ ਉਹ ਫਿਰ ਇੱਕ ਵਾਰੀ ਵਿਚਲੀ ਗਲੀ ਥਾਣੀ ਨਿਕਲ ਗਏ, ਉਹ ਲੜਨਾ ਨਹੀਂ ਚਾਹੁੰਦੇ। ਇਹ ਸਵਾਲ ਬਹੁਤ ਵੱਡੇ ਹੋ ਗਿਆ ਭਾਸਕਰ ਸਾਹਿਬ। ਪਰ ਇਹਦੇ ਨਾਲ ਨਾਲ ਇੱਕ ਸਵਾਲ ਆਪਾਂ ਅੱਗੇ ਲੈਣਾ ਨਾਲ ਦੀ ਨਾਲ ਹੀ, ਦੋ ਗੱਲਾਂ ਬਹੁਤ ਅਹਿਮ ਜਿਹੜੀਆਂ ਮੈਂ ਪਿੱਛੇ ਛੱਡ ਆਇਆ। ਇੱਕ ਤਾਂ ਪ੍ਰੋਕਿਉਰਮੈਂਟ ਨੂੰ ਲੈ ਕੇ, ਪੰਜਾਬ ਦੇ ਵਿੱਚ ਪ੍ਰੋਕਿਉਰਮੈਂਟ ਦੇ ਨਜ਼ਰੀਓਂ, ਅਨਾਜ ਦੀ ਰੱਖ ਰਖਾਈ ਦੇ ਨਜ਼ਰੀਓਂ ਬੜੇ ਹੀ ਪੰਗੇ ਹੋਏ। 31,000 ਕਰੋੜ ਅਜੇ ਉਹਨਾਂ ਹੀ ਖੂਹ ਖਾਤਿਆਂ 'ਚ ਉੱਥੋਂ ਹੀ ਨਿਕਲ ਕੇ ਪਿਆ ਹੋਇਆ। ਪੰਜਾਬ ਦੇ ਸਿਰ ਬੜੇ ਸਾਰੇ ਕਰਜ਼ੇ ਇਹਨਾਂ ਵਿਚਲੀਆਂ ਗਲੀਆਂ ਥਾਣੀ ਵੀ ਆਏ। ਹੁਣ ਇੱਕ ਵਾਰੀ ਫਿਰ ਉਹ ਫਰਮ ਜਿਹੜੀ ਇਹਦਾ ਸਟਾਕ ਮੇਨਟੇਨ ਕਰਦੀ ਆ, ਰੱਖ ਰਖਾ ਤੇ ਨਜ਼ਰ ਰੱਖਦੀ ਆ, ਉਹਦੇ ਸੰਬੰਧੀ ਇੱਕ ਅੰਕੜੇ ਪ੍ਰਕਾਸ਼ਿਤ ਹੋਏ ਆ ਇੱਕ ਵੱਡੀ ਅਖਬਾਰ ਦੇ ਵਿੱਚ। ਮੈਨੂੰ ਦੱਸਿਓ ਜ਼ਰਾ ਕਿ ਆਖਰ ਲਗਾਤਾਰ ਟੈਂਡਰ ਕਾਲ ਕੀਤੇ ਬਿਨਾ ਪੁਰਾਣੀ ਫਰਮ ਨੂੰ ਤੁਸੀਂ ਜਿਹੜੇ ਇਹ ਐਗਰੀਮੈਂਟ ਰੀਨਿਊ ਕਰਕੇ ਦੇ ਰਹੇ ਹੋ, ਆਖਰ ਕਿਹੜੇ ਕਾਰਨ ਸੀ ਇਸ ਤਰ੍ਹਾਂ ਹੋਇਆ? ਜਾਂ ਲੱਗਦਾ ਹੈ ਕਿ ਇਹਦੇ 'ਚ ਕੁਝ ਹੈਗਾ ਜਾਂ ਕੱਢਣ ਪਾਉਣ ਲਈ ਕੁਝ ਨਹੀਂ? ਇੱਕ ਖਬਰ ਛਪੀ ਹੈ ਕਿ 2016 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀਗੀ, ਤਦ ਇੱਕ ਓਰੀਗੋ ਕਮੋਡਿਟੀਜ਼ ਨਾਂ ਦੀ ਇੱਕ ਕੰਪਨੀ ਹੈ, ਉਹਨਾਂ ਨੂੰ ਉਹ तमाम ਠੇਕੇ ਦਿੱਤੇ ਗਏ ਜਿਹੜੇ ਅਨਾਜਾਂ ਦੀ ਸਾਂਭ ਸੰਭਾਲ ਕਰਦੀ ਹੈ। ਔਰ ਉਸ ਦੌਰਾਨ ਹੀ ਇਹ ਜਿਹੜਾ 31,000 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਸੀਗਾ। 2016 ਤੋਂ ਲੈ ਕੇ ਹੁਣ ਤੱਕ, ਅੱਜ ਜਨਵਰੀ 28 2023 ਹੈ, ਹਜੇ ਤੱਕ ਇਹੀ ਕੰਪਨੀ ਮੂਲ ਰੂਪ ਨਾਲ ਇਹ ਸਾਰਾ ਕੰਮ ਉਹੀ ਦੇਖ ਰਹੀ ਹੈ। ਔਰ ਇਹਨਾਂ ਨੂੰ ਸਰਕਾਰਾਂ ਨੇ ਵੀ ਬੜਾ ਫੇਵਰ ਕੀਤਾ, ਕਿਉਂਕਿ ਦੂਜੀ ਕੰਪਨੀਆਂ, ਕਿਉਂਕਿ ਹੋਰ ਵੀ ਕੰਪਨੀਆਂ ਕੰਪੀਟੀਸ਼ਨ ਦੇ ਵਿੱਚ ਸੀਗੀ, ਉਹਨਾਂ ਨੂੰ ਤੇ ਇਹਨਾਂ ਨੇ 18 ਰੁਪਏ 10 ਪੈਸੇ ਪਰ ਮੈਟ੍ਰਿਕ ਟਨ ਦੇ ਹਿਸਾਬ ਨਾਲ ਇਹ ਅਨਾਜਾਂ ਦੀ ਸਾਂਭ ਸੰਭਾਲ ਵਾਸਤੇ ਦਿੱਤੀ ਸੀ। ਪਰ ਇਸ ਕੰਪਨੀ ਨੂੰ ਫੇਵਰ ਕਰਦੇ ਹੋਏ 27 ਰੁਪਏ 50 ਪੈਸੇ ਦੇ ਹਿਸਾਬ ਨਾਲ ਇਹੀ ਠੇਕਾ ਦਿੱਤਾ ਸੀ। ਔਰ ਅਗਰ ਇਸ ਅਮਾਉਂਟ ਨੂੰ ਜੋੜ ਕੇ ਦੇਖਿਆ ਜਾਏ ਤੇ 32 ਕਰੋੜ ਰੁਪਏ ਵੱਧ ਇਸ ਕੰਪਨੀ ਨੂੰ ਸਰਕਾਰਾਂ ਪਿਛਲੇ 5-7 ਸਾਲਾਂ ਤੋਂ ਦੇ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਕੰਪਨੀ ਫੇਰ ਇੱਕ ਲਾਈਮਲਾਈਟ ਵਿੱਚ ਆਈ ਜਦ ਇਹਨਾਂ ਨੇ ਫੇਰ ਆਪਣਾ ਇੱਕ ਟੈਂਡਰ ਭਰਿਆ ਔਰ ਆਪਣੇ ਤੋਂ ਇਲਾਵਾ ਆਪਣੀ ਹੀ 3 ਹੋਰ ਸਿਸਟਰ ਕੰਸਰਨ ਨੂੰ ਇਹਨਾਂ ਟੈਂਡਰਾਂ ਵਾਸਤੇ ਅੱਗੇ ਵਧਾਇਆ। ਪਰ ਵਿਜੀਲੈਂਸ ਦੀ ਇਨਸਟਰਕਸ਼ਨ ਦੇ ਉੱਤੇ ਇਸ ਟੈਂਡਰ ਨੂੰ ਰੋਕ ਦਿੱਤਾ ਗਿਆ। ਫਿਲਹਾਲ ਜਿਹੜੇ ਸੂਬੇ ਦੇ ਪ੍ਰਿੰਸੀਪਲ ਸੈਕਟਰੀ ਹੈਗੇ ਨੇ ਫੂਡ ਐਂਡ ਸਿਵਲ ਸਪਲਾਈ, ਰਾਹੁਲ ਭੰਡਾਰੀ, ਉਹਨਾਂ ਨੇ ਇੱਕ ਪਿਛਲੇ ਦਿਨਾਂ ਦੇ ਵਿੱਚ ਆਡਿਟ ਕਰਾਇਆ ਸੀਗਾ ਇਹਨਾਂ ਗੋਦਾਮਾਂ ਦਾ। ਉਹਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜੀ ਕੰਪਨੀ ਦੇ ਅਫੀਸ਼ੀਅਲਸ ਨੇ, ਕੰਪਨੀ ਨੇ ਅਨਅਟੈਂਡੈਂਟ ਸਾਰੇ ਗੋਦਾਮਾਂ ਦੇ ਵਿੱਚ ਇਹ ਜਿਹੜਾ ਅਨਾਜ ਛੱਡਿਆ ਹੋਇਆ ਔਰ ਕਈ ਸਾਰਾ ਅਨਾਜ ਤੇ ਖਰਾਬ ਵੀ ਹੋ ਗਿਆ। ਹੁਣ ਇਹਨੂੰ ਖਤਮ ਕਰਨ ਦਾ ਫੈਸਲਾ ਤੇ ਲਿਆ ਗਿਆ, ਪਰ ਪਿੱਛੇ ਕੀਤੀ ਹੋਈ ਕੁਤਾਹੀ ਦੇ ਵਿੱਚ ਕਿਸ ਤਰੀਕੇ ਦੀ ਇਨਵੈਸਟੀਗੇਸ਼ਨ ਹੋਏਗੀ, ਕਿਸ ਤਰੀਕੇ ਨਾਲ ਇਸ ਕੰਪਨੀ ਨੂੰ ਟੈਂਡਰ ਮਿਲੇ ਔਰ ਅੱਗੇ ਚੱਲ ਕੇ ਕਿਹੜੀ ਨਵੀਂ ਕੰਪਨੀ ਨੂੰ ਇਹ ਟੈਂਡਰ ਦਿੱਤਾ ਜਾਏਗਾ, ਇਹ ਵੀ ਇੱਕ ਬੜਾ ਵੱਡਾ ਸਵਾਲ ਸਰਕਾਰ ਵਾਸਤੇ ਖੜਾ। ਕਿਉਂਕਿ ਜਦ ਤੁਸੀਂ ਕਿਸੇ ਐਗਜ਼ਿਸਟਿੰਗ ਕੰਪਨੀ ਦਾ ਟੈਂਡਰ ਖਤਮ ਕਰਦੇ ਹੋ ਤੇ ਹਜ਼ਾਰਾਂ ਕਰੋੜ ਰੁਪਏ ਦਾ ਅਨਾਜ ਇਹਨਾਂ ਦੇ ਗੋਦਾਮਾਂ ਦੇ ਵਿੱਚ ਪਿਆ ਹੁੰਦਾ ਹੈ। ਹੈਂਡਿੰਗ ਓਵਰ, ਟੇਕਿੰਗ ਓਵਰ ਹੀ ਇੰਨੀ ਵੱਡੀ ਐਕਸਰਸਾਈਜ਼ ਹੈ ਜਿਹਦੇ ਵਿੱਚ ਬਹੁਤ ਸਾਰੀ ਗੜਬੜੀਆਂ ਦਾ ਪਤਾ ਲੱਗਣ ਦੀ ਸੰਭਾਵਨਾ ਹੈਗੀ ਹੈ। ਇਹ ਗੱਲ ਅੱਗੇ ਤੁਰੀ ਹੈ, ਪਰ ਫਿਲਹਾਲ ਉਸ ਕੰਪਨੀ ਨੂੰ ਸਰਕਾਰ ਨੇ ਰਿਜੈਕਟ ਕਰਤਾ ਹੈ ਔਰ ਨਵੀਂ ਕੰਪਨੀ ਨੂੰ ਜਦ ਇਹ ਪ੍ਰੋਜੈਕਟ ਦਿੱਤਾ ਜਾਏਗਾ, ਉਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਕਿੰਨੇ ਕੁ ਘਪਲੇ ਦੀ ਖਬਰ ਫਿਰ ਅਖਬਾਰਾਂ ਦੀ ਸੁਰਖੀਆਂ ਬਣਨਗੀਆਂ, ਇਹ ਇੱਕ ਵੱਡਾ ਸਵਾਲ ਹੈ। ਇਹ ਖਬਰ ਟੋਟਲ ਅਸੀਂ ਟ੍ਰਿਬਿਊਨ ਦੇ ਵੱਡੇ ਸਹਾਫੀ ਨੇ ਉਹਨਾਂ ਦੇ ਹਵਾਲੇ ਨਾਲ ਦੇ ਰਹੇ ਆ। ਇਹਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਦੇ ਰੂਪ ਚ ਅਸੀਂ ਦਿਨ ਵੇਲੇ ਕੋਸ਼ਿਸ਼ ਕਰਾਂਗੇ ਉਹਨਾਂ ਸਾਰੇ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰਨ ਦੀ। ਲੇਕਿਨ ਅਗਲੀ ਖਬਰ ਵੀ ਸਰਕਾਰੀ ਗਲਿਆਰਿਆਂ ਚੋਂ ਹੀ ਆਉਂਦੀ ਹੈ ਕਿ 올ਡ ਪੈਨਸ਼ਨ ਸਕੀਮ ਦੇ ਉੱਤੇ ਚੀਫ ਸੈਕਟਰੀ ਵੀਕੇ ਜੰਜੂਆ ਸਾਹਿਬ ਦੀ ਅਗਵਾਈ 'ਚ ਕਮੇਟੀ ਗਠਿਤ ਕਰਤੀ ਗਈ। ਵੈਸੇ
ਆਮ ਤੌਰ ਤੇ ਵਿਰੋਧੀ ਪਾਰਟੀਆਂ ਇਹਨੂੰ ਮਰਿਆ ਸੱਪ ਕਹਿੰਦੀਆਂ ਕਿ ਇਹ ਜਿਹੜਾ ਮਰਜ਼ੀ ਗਲ ਚ ਪਾ ਲੇ। ਕੇਂਦਰੀ ਸੱਤਾ ਕਦੇ ਇਧਰ ਕੰਨ ਨਹੀਂ ਧਰਦੀ। ਉਹ ਕਹਿੰਦੇ ਇਹ ਤਾਂ ਬਹੁਤ ਹੀ, ਇਹ ਤਾਂ ਦਿਵਾਲੀਆ ਕਰਨ ਵਰਗੀ ਗੱਲ ਆ ਸਟੇਟਾਂ ਨੂੰ। ਪਰ ਕੌਣ ਸੋਚੂ ਉਹਨਾਂ ਮੁਲਾਜ਼ਮਾਂ ਦਾ, ਉਹ ਨੌਕਰੀਆਂ ਕਰਨ ਵਾਲਿਆਂ ਦਾ, ਜਿਨ੍ਹਾਂ ਦੇ ਭਵਿੱਖ ਲਈ, ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਦੇ ਜੀਵਨ ਲਈ ਜਾਮਨੀ ਕੌਣ ਭਰੂਗਾ। ਨਵੀਂ ਸਕੀਮ ਵੀ ਹੈਗੀ ਆ, ਲੇਕਿਨ ਪੁਰਾਣੀ ਸਕੀਮ 'ਚ ਸ਼ਾਇਦ ਫਾਇਦੇ ਵੱਧ ਨੇ। ਇਹਦੇ ਤੇ ਸਿਆਸਤ ਬਹੁਤ ਹੋ ਰਹੀ ਹੈ। ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹਨੂੰ ਪ੍ਰਚਾਰਿਆ ਸੀਗਾ ਕਿ ਅਸੀਂ ਲੈ ਕੇ ਆਵਾਂਗੇ। ਉਦੋਂ ਉਹਨਾਂ ਪੰਜਾਬ ਦਾ ਨੋਟੀਫਿਕੇਸ਼ਨ ਵੀ ਦਿਖਾਇਆ ਸੀ। ਨੋਟੀਫਿਕੇਸ਼ਨ ਹੋਣ ਤੋਂ ਬਾਅਦ ਇਹ ਕਮੇਟੀ ਹੁਣ ਕੀ ਕਰੂਗੀ, ਇੱਥੇ ਅਜੇ ਫੈਸਲਾ ਲਊਗੀ ਜਾਂ ਤਰੀਕੇਕਾਰ ਜਿਹੜੇ ਜਾਂ ਤਰੀਕੇ ਦੇ ਤੈਅ ਕਰੂਗੀ। ਇਹ ਭਾਸਕਰ ਸਾਹਿਬ ਵੱਡਾ ਸਵਾਲ ਹੋ ਗਿਆ। ਪੋਲਿਟਿਕਸ ਪਹਿਲਾਂ ਹੋ ਜਾਂਦੀ, ਕੰਮ ਬਾਅਦ 'ਚ ਸ਼ੁਰੂ ਹੁੰਦਾ। ਦੱਸਿਓ ਜ਼ਰਾ। ਯਾਦ ਕਰੋ ਜਦ ਭਗਵੰਤ ਮਾਨ ਹੋਣਾ ਜਰਮਨੀ ਤੋਂ ਆਏ ਸੀਗੇ, ਆਉਣ ਤੋਂ ਬਾਅਦ ਉਹਨਾਂ ਨੇ ਅਚਾਨਕ ਹੀ ਅਨਾਉਂਸਮੈਂਟ ਕਰਤੀ ਕਿ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਜਾਏਗੀ। ਸਾਰਿਆਂ ਨੂੰ ਸਮਝ ਆ ਰਿਹਾ ਸੀ ਟੀਚਾ ਕੀ ਹੈ। ਟੀਚਾ ਸੀਗਾ ਗੁਜਰਾਤ ਤੇ ਹਿਮਾਚਲ ਦੇ ਇਲੈਕਸ਼ਨ। ਗੁਜਰਾਤ ਦੇ ਵਿੱਚ SOPS ਸਕੀਮ ਦੀ ਐਡਵਰਟਾਈਜ਼ਮੈਂਟ ਨੂੰ ਵੱਡੇ ਵੱਡੇ ਪੇਜਾਂ ਦੇ ਰੂਪ ਵਿੱਚ ਤਕਰੀਬਨ ਸਾਰੀਆਂ ਅਖਬਾਰਾਂ ਦੇ ਵਿੱਚ ਛਾਪਿਆ ਵੀ ਗਿਆ ਕਿ ਪੰਜਾਬ ਦੇ ਵਿੱਚ ਹੋ ਗਈ ਇੰਪਲੀਮੈਂਟ 올ਡ ਪੈਨਸ਼ਨ ਸਕੀਮ। ਔਰ ਕਾਂਗਰਸ ਨੇ ਵੀ ਇਹੀ ਤੁਰਪ ਦਾ ਇੱਕਾ ਹਿਮਾਚਲ ਦੇ ਵਿੱਚ ਖੇਡਿਆ। ਹਿਮਾਚਲ ਦੇ ਵਿੱਚ ਉਹਨਾਂ ਨੇ ਵੀ 올ਡ ਪੈਨਸ਼ਨ ਸਕੀਮ ਦਾ ਵਾਅਦਾ ਕਰਕੇ ਸਰਕਾਰ ਵੀ ਬਣਾ ਲਈ। ਔਰ ਸਰਕਾਰ ਬਣਾਉਣ ਤੋਂ ਬਾਅਦ ਉਹਨਾਂ ਨੇ ਤੇ ਆਪਣੀ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਪ੍ਰਵਾਨਗੀ ਵੀ ਦੇ ਦਿੱਤੀ। ਉਹਨਾਂ ਨੇ ਪੈਸਿਆਂ ਦਾ ਜੁਗਾੜ ਕਰਨ ਵਾਸਤੇ 3 ਰੁਪਇਆ ਪੈਟਰੋਲ ਆਪਣੀ ਸੂਬੇ ਦੇ ਵਿੱਚ ਮਹਿੰਗਾ ਕਰਤਾ। ਕਹਿੰਦੇ ਇੱਥੋਂ ਪੈਸਾ ਜੁਗਾੜ ਕਰਕੇ 올ਡ ਪੈਨਸ਼ਨ ਸਕੀਮ ਦੇ ਦਾਂਗੇ। ਪਰ ਜਿਹੜੀ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਹੋਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ, ਉਸ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੇ ਸਰਕਾਰੀ ਕਰਮਚਾਰੀ ਹੈ ਉਹ ਲੱਭਦੇ ਸੀ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਕੀ ਹੋਏਗਾ, ਦੱਸੋ ਤੁਸੀਂ ਕਿੰਨਾ ਕੁ ਫਾਇਦਾ ਕਿੰਨੂੰ ਕੁ ਤੇ ਕਦੋਂ ਤੋਂ ਹੋਏਗਾ। ਉਹ ਕੁਝ ਵੀ ਨਹੀਂ ਸੀ। ਉਹ ਜਾਲੀ ਨੋਟੀਫਿਕੇਸ਼ਨ ਦੇ ਤੌਰ ਤੇ ਪ੍ਰਦਰਸ਼ਨ ਵੀ ਹੋਏ ਸੂਬੇ ਦੇ ਵਿੱਚ ਵੀ ਕਿੱਥੇ ਗਈ 올ਡ ਪੈਨਸ਼ਨ ਸਕੀਮ, ਹੈ ਕੀ, ਮਿਲੂਗਾ ਕਿੰਨਾ, ਕੁਝ ਤੇ ਦੱਸੋ। ਸਰਕਾਰ ਉਸ ਮਾਮਲੇ ਦੇ ਵਿੱਚ ਚੁੱਪੀ ਧਾਰ ਗਈ ਸੀ। ਉਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ 올ਡ ਪੈਨਸ਼ਨ ਸਕੀਮ ਨੂੰ ਹੀ ਲੈ ਕੇ। 5 ਮੈਂਬਰੀ ਪੈਨਲ ਬਣਾਤਾ। ਚੀਫ ਸੈਕਟਰੀ VK ਜੰਜੂਆ, ਕੈਪ ਸਿਨਹਾ ਹੋਣਾ ਔਰ AK ਸਿਨਹਾ, ਫਿਰ ਅਭਿਨਵ ਤਿਰਖਾ ਜਿਹੜੇ ਡਾਇਰੈਕਟਰ ਨੇ ਨੈਸ਼ਨਲ ਹੈਲਥ ਮਿਸ਼ਨ ਦੇ। ਉਹਨਾਂ ਦੀ ਕਮੇਟੀ ਨੂੰ ਇਹ ਕਿਹਾ ਗਿਆ ਵੀ ਪਤਾ ਕਰੋ ਵੀ ਪੈਸੇ ਕਿੱਥੋਂ ਲਿਆਵਾਂਗੇ ਆਪਾਂ, ਇਹ ਪੈਸਿਆਂ ਦਾ ਜੁਗਾੜ ਤੇ ਉਸ ਤੋਂ ਬਾਅਦ ਜਿਹੜਾ SOP ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਉਹ ਕਿਸ ਤਰੀਕੇ ਦਾ ਹੋਏਗਾ, ਕਿੰਨੇ ਕਰਮਚਾਰੀਆਂ ਨੂੰ ਫਾਇਦਾ ਹੋਏਗਾ, ਇਹਦੀ ਤੁਸੀਂ ਪੂਰੀ ਰਿਪੋਰਟ ਤਿਆਰ ਕਰਕੇ ਫਿਰ ਇੱਕ ਸਟੈਂਡਿੰਗ ਕਮੇਟੀ ਬਣਾਤੀ MLAs ਦੀ। ਉਹਨਾਂ ਨੂੰ ਤੁਸੀਂ ਇਹ ਰਿਪੋਰਟ ਦਿਓ, ਫਿਰ ਉਹ ਅੱਗੇ ਚੱਲ ਕੇ ਇਸ ਮੁੱਦੇ ਤੇ ਅੱਗੇ ਵਧਣਗੇ। ਮੈਨੂੰ ਇਹ ਲੱਗਦਾ ਹੈ ਵੀ 3-4 ਸਾਲ ਦਾ ਤੇ ਸਿਸਟਮ ਹੈਗਾ ਹੈ, ਕਿਉਂਕਿ ਪੈਸਿਆਂ ਦਾ ਜੁਗਾੜ ਤੇ ਸਭ ਤੋਂ ਵੱਡਾ ਸਵਾਲ ਹੈ ਸਰਕਾਰ ਦੇ ਵਾਸਤੇ ਹੈਗਾ। ਹਿਮਾਚਲ ਸਰਕਾਰ ਨੇ ਤੇ 3 ਰੁਪਏ ਆਪਣਾ ਪੈਟਰੋਲ ਵਧਾ ਕੇ ਆਪਣਾ ਕੰਮ ਜਾ ਚਲਾ ਲਿਆ ਔਰ ਉਹਦੇ ਨਾਲ ਕਰਮਚਾਰੀਆਂ ਨੂੰ ਉਹਨਾਂ ਨੇ ਸਹੂਲੀਅਤ ਦੇਣ ਦਾ ਵੀ ਫੈਸਲਾ ਕਰ ਲਿਆ ਕਿ ਪੰਜਾਬ ਸਰਕਾਰ ਵੀ ਕੋਈ ਏਦਾਂ ਦਾ ਫੈਸਲਾ ਲਏਗੀ ਕਿ ਲੋਕਾਂ ਦੀ ਜੇਬ ਕੱਟ ਕੇ ਸਰਕਾਰੀ ਕਰਮਚਾਰੀਆਂ ਨੂੰ ਪੈਨਸ਼ਨ ਦਾ ਬੰਦੋਬਸਤ ਕਰੇਗੀ। ਇਹ ਹੁਣੇ ਪੈਨਲ ਕੀ ਰਿਪੋਰਟ ਦਿੰਦਾ ਹੈ, ਕਦੋਂ ਦਿੰਦਾ ਹੈ, ਸਟੈਂਡਿੰਗ ਕਮੇਟੀ ਉਹਦੇ ਉੱਤੇ ਕਿੱਦਾਂ ਰਿਐਕਟ ਕਰਦੀ ਹੈ। ਕਿਉਂਕਿ ਏਦਾਂ ਦੀ ਹੀ ਸਟੈਂਡਿੰਗ ਕਮੇਟੀ, ਤੁਹਾਨੂੰ ਯਾਦ ਹੋਏਗਾ ਜਦ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਹੋਈ ਸੀ, ਟੀਚਰ ਵੀ ਸੀ ਉਹਦੇ ਵਿੱਚ, ਹੋਰ ਵੀ ਡਿਪਾਰਟਮੈਂਟ ਦੇ ਕਈ EMPLOYEE ਸੀ। ਉਸ ਸਟੈਂਡਿੰਗ ਕਮੇਟੀ ਦੀ ਰਿਪੋਰਟ ਹਜੇ ਤੱਕ ਨਹੀਂ ਆਈ। ਔਰ ਪਿਛਲੇ ਦਿਨਾਂ ਦੇ ਵਿੱਚ ਜਦ ਭਗਵੰਤ ਮਾਨ ਹੋਣਾ ਇੱਕ ਪਬਲਿਕ ਫੰਕਸ਼ਨ ਤੇ ਗਏ ਸੀ ਤੇ ਟੀਚਰ ਦੁਆਲੇ ਹੋ ਗਈ ਸੀ। ਉਹ ਕਹਿੰਦੇ ਜੀ ਪੱਕਾ ਬੰਦੋਬਸਤ ਤੁਹਾਡਾ ਕਰ ਰਹੇ ਹਾਂ, ਤੁਹਾਨੂੰ ਕੋਟਾਂ ਦੇ ਵਿੱਚ ਖੱਜਲ ਖਵਾਰੀ ਨਾ ਹੋਏ, 2-3 ਮਹੀਨੇ ਰੁਕ ਜਾਓ, ਤੁਹਾਨੂੰ ਆਪਾਂ ਪੱਕਾ ਕਰਾਂਗੇ ਪੱਕੇ ਤੌਰ ਤੇ। ਹੁਣ 올ਡ ਪੈਨਸ਼ਨ ਸਕੀਮ ਦੇ ਉੱਤੇ ਵੀ ਤਕਰੀਬਨ ਉਸ ਤਰੀਕੇ ਦੀ ਕਾਰਵਾਈ ਸਰਕਾਰ ਕਰਦੀ ਨਜ਼ਰ ਆ ਰਹੀ ਹੈ ਕਿ ਵੀ ਪੱਕੇ ਤੌਰ ਤੇ ਪੈਸਿਆਂ ਦਾ ਬੰਦੋਬਸਤ ਕਰਕੇ ਫਿਰ ਕਦੀ 올ਡ ਪੈਨਸ਼ਨ ਸਕੀਮ ਦੀ ਵਾਰੀ ਪੰਜਾਬ ਦੇ ਵਿੱਚ ਆਏਗੀ, ਜਾਂ ਫਿਰ ਕੋਈ ਦੂਜੇ ਸੂਬੇ ਦੇ ਵਿੱਚ ਜਦ ਇਲੈਕਸ਼ਨ ਹੋਣਗੇ ਜਿੱਥੇ ਆਮ ਆਦਮੀ ਪਾਰਟੀ ਗੱਜ ਵੱਜ ਕੇ ਲੜਨ ਦੀ ਕੋਸ਼ਿਸ਼ ਕਰੇਗੀ ਤੇ ਉਸ ਤੋਂ ਪਹਿਲੇ 올ਡ ਪੈਨਸ਼ਨ ਸਕੀਮ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਅਖਬਾਰਾਂ ਦੀ ਸੁਰਖੀਆਂ ਬਣ ਸਕਦੀ ਹੈ। ਬਹੁਤ ਪੈਸਾ ਚਾਹੀਦਾ, ਬਹੁਤ ਸਾਰੇ ਸਾਧਨ ਚਾਹੀਦੇ ਆ। ਔਰ ਜਦੋਂ ਇਸ ਸਥਿਤੀ ਦੇ ਵਿੱਚ ਕਿ ਕੇਂਦਰੀ ਸੱਤਾ ਮਨਾ ਕਰ ਜੇ, ਉਹ ਤਾਂ ਜਿਹੜਾ ਪੈਸਾ ਮੁਲਾਜ਼ਮਾਂ ਦਾ ਪਹਿਲਾਂ ਜਮਾ ਉਹਨੂੰ ਵੀ ਵਾਪਸ ਦੇਣ ਦੀ ਸਥਿਤੀ 'ਚ ਨਹੀਂ ਹੈਗੇ। ਉਹ ਕਹਿੰਦੇ ਇਸ ਤਰ੍ਹਾਂ ਦੇ ਪ੍ਰਾਵਧਾਨ ਹੀ ਹੈ ਨਹੀਂ ਕਿ ਜਿਹੜੀ ਨਵੀਂ ਪੈਨਸ਼ਨ ਸਕੀਮ ਤਹਿਤ ਪੈਸੇ ਜਮਾ ਹੋਏ ਨੇ ਉਹ ਵਾਪਸ ਮੋੜ ਤੇ ਜਾਣ ਤੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ 'ਚ ਐਡਜਸਟ ਕਰ ਲਿਆ ਜਾਵੇ। ਇਸ ਤਰ੍ਹਾਂ ਦੇ ਵੀ ਪ੍ਰਾਵਧਾਨ ਸ਼ਾਇਦ ਬਹੁਤੇ ਜ਼ਿਆਦਾ ਦੇਖੇ ਨਹੀਂ ਜਾ ਰਹੇ। ਇਸ ਕਰਕੇ ਇਹ ਕਾਫੀ ਟੇਢੀ ਖੀਰ ਆ, ਇਹ ਮੁਸ਼ਕਲ ਕੰਮ ਹੈ। ਹੋ ਜੂ ਨਹੀਂ ਹੋ ਜੂ, ਇਹਦੇ ਉੱਤੇ ਸਵਾਲ ਉੱਠਣਗੇ। ਪਰ ਅਗਲਿਆਂ ਨੇ ਪ੍ਰੋਮਿਸ ਕੀਤਾ, ਪ੍ਰੋਮਿਸ ਪੂਰਾ ਕੀਤੇ ਬਿਨਾਂ ਅਗਲੀ ਇਲੈਕਸ਼ਨ ਲੜੀ ਨਹੀਂ ਜਾਂਦੀ ਹੁੰਦੀ। ਇੱਕ ਬੋਝ ਵੱਡਾ ਵੀ ਹੈ, ਲੇਕਿਨ ਇੱਕ ਧਿਰ ਨੂੰ ਰਾਹਤ ਵੀ ਆ ਉਹਨਾਂ ਮੁਲਾਜ਼ਮਾਂ ਨੂੰ ਜਿਹੜੇ ਸਰਕਾਰੀ ਨੌਕਰੀ 'ਚ ਆ। ਸਰਕਾਰੀ ਨੌਕਰੀ 'ਚ ਲੋਕ ਇਸੇ ਕਰਕੇ ਆਉਂਦੇ ਆ
ਕਿ ਉਹਨਾਂ ਦੀ ਸਰਵਿਸ ਸਿਕਿਉਰਿਟੀ ਹੁੰਦੀ ਆ, ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਜਾਂਦਾ। ਇਹ ਸਾਰੇ ਦੇ ਸਾਰੇ ਸਵਾਲ ਤਾਂ ਐਡਰੈਸ ਜਦੋਂ ਹੋਣਗੇ ਉਦੋਂ ਦੇਖਾਂਗੇ, ਪਰ ਕਵਾਇਦ ਚੱਲ ਰਹੀ ਆ, ਇੱਕ ਮੂੰਹ ਦਿਖਾਵਾ ਹੋ ਰਿਹਾ, ਲੋਕਾਂ ਦੀ ਨਜ਼ਰ ਦੇ ਵਿੱਚ ਸੱਚੇ ਬਣੇ ਰਹਿਣ ਦੀ ਇਹ ਪ੍ਰਕਿਰਿਆ। ਆਪਾਂ ਅੱਗੇ ਵੱਧਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬਾਡੀ ਕੱਲ ਮਿਲਦੀ ਆ, ਅੰਤਰਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਿਹਦੇ ਚ ਬਹੁਤ ਅਹਿਮ ਫੈਸਲੇ ਲਏ ਜਾਂਦੇ ਆ। ਉਹ ਤਾਂ ਜਿਹੜੇ ਪੰਜ ਪਿਆਰਿਆਂ ਦੇ ਨਾਂ ਦੇ ਉੱਤੇ ਉਸਾਰੇ ਗਏ ਹਸਪੀਟਲ ਸੀ, ਸੈਟੇਲਾਈਟ ਹਸਪੀਟਲ, ਉਹਨਾਂ ਦੇ ਨਵੇਂ ਨਾਮਕਰਨ ਨੂੰ ਲੈ ਕੇ ਵੀ ਵਿਰੋਧ ਦਰਜ ਕਰਦੇ ਆ। ਇਸੇ ਤਰੀਕੇ ਨਾਲ ਉਹ ਇੱਕ ਵਿਦੇਸ਼ਾਂ ਦੇ ਵਿੱਚ ਸਲਾਹਕਾਰ ਕਮੇਟੀ ਵੀ ਬਣਾਉਂਦੇ ਆ। ਇੰਦਰਜੀਤ ਸਿੰਘ ਬਲ ਤੋਂ ਲੈ ਕੇ ਕਈ ਅਹਿਮ ਹਸਤੀਆਂ ਨੂੰ ਉਹਦੇ ਵਿੱਚ ਸ਼ਾਮਲ ਕਰਦੇ। ਉਹਨਾਂ ਸਾਰਿਆਂ ਨੂੰ ਮੁਬਾਰਕਬਾਦ, ਉਹ ਸਲਾਹ ਦੇਣ, ਵਧੀਆ। ਪਰ ਇਸ ਤੋਂ ਅਗਲੀ ਗੱਲ ਜਿਹੜੀ ਅਹਿਮ ਸੀ ਕਿ ਬੰਦੀ ਸਿੱਖਾਂ ਦੇ ਮਾਮਲੇ 'ਚ ਜਦੋਂ ਮੁਹਿੰਮ ਬਹੁਤ ਤਿੱਖੀ ਤੀਬਰ ਹੋਈ ਪਈ ਆ, ਸ਼੍ਰੋਮਣੀ ਕਮੇਟੀ ਉਹਨਾਂ ਸਾਰੇ ਵਿਅਕਤੀਆਂ ਨੂੰ ਇੱਕ ਲਿਸਟ ਜਾਰੀ ਕਰਦੇ ਆ 9 ਬੰਦਿਆਂ ਦੀ, ਜਿਹੜੇ ਅੰਦਰ ਨੇ, ਉਹਨਾਂ ਨੂੰ 20-20 ਹਜ਼ਾਰ ਪ੍ਰਤੀ ਮਹੀਨਾ। ਇਸ ਤੋਂ ਪਹਿਲਾਂ ਸਿਰਫ ਬਲਵੰਤ ਸਿੰਘ ਰਾਜੋਆਣਾ ਨੂੰ ਹੀ ਮਿਲ ਰਹੇ ਸੀ 20 ਹਜ਼ਾਰ ਪ੍ਰਤੀ ਮਹੀਨਾ, ਹੁਣ ਉਹਨਾਂ ਸਾਰਿਆਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਉਹ ਫੈਸਲਾ ਕਰ ਲੈਂਦੇ ਆ। ਸਿਧਾਂਤਕ ਫੈਸਲਾ ਹੋ ਜਾਂਦਾ, ਔਰ ਨਾਲ ਹੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਹੈਲਪ ਜਾਂ ਬਾਕੀ ਹੈਲਪ ਲਈ ਵੀ ਕਮੇਟੀ ਕਾਇਮ ਕਰ ਦਿੰਦੇ ਆ। ਇੱਥੋਂ ਇੱਕ ਸਵਾਲ ਬਹੁਤ ਅਹਿਮ ਉੱਭਰ ਕੇ ਆ ਰਿਹਾ ਕਿ ਅਕਾਲੀ ਦਲ ਨੇ ਆਪਣੀ ਰਾਜਨੀਤੀ ਤੇ ਰਣਨੀਤੀ ਕਲੀਅਰ ਕਰਤੀ ਹੈ, ਉਹਨਾਂ ਦਿਸ਼ਾ ਕਲੀਅਰ ਕਰਤੀ ਹੈ ਕਿ ਅਸੀਂ ਹੁਣ ਪੰਥਕ ਏਜੰਡੇ ਤੇ ਹੀ ਲੜਨਾ ਹੈ। ਭਾਸਕਰ ਸਾਹਿਬ, ਫੈਸਲਾ ਸ਼੍ਰੋਮਣੀ ਕਮੇਟੀ ਦਾ ਹੈ, ਚਿਹਰਾ ਇਹਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਦਾ ਵੀ ਨਜ਼ਰ ਆ ਰਿਹਾ, ਚਿਹਰਾ ਇਹ ਵੀ ਨਜ਼ਰ ਆ ਰਿਹਾ ਕਿ ਜਿਹੜੇ ਮੋਹਾਲੀ ਦੇ ਬਾਰਡਰ ਦੇ ਉੱਤੇ ਬੈਠਾ ਮੋਰਚਾ ਜਿਸ ਲੜਾਈ ਲਈ ਲੜ ਰਿਹਾ, ਅਕਾਲੀ ਦਲ ਉਸੇ ਲੜਾਈ ਨੂੰ ਦੂਜੇ ਰੂਪ 'ਚ ਲੜ ਰਿਹਾ। ਹੁਣ ਤੱਕ ਅਜੇ ਤੱਕ ਲੋਕ ਪ੍ਰਵਾਨਗੀ ਮਿਲਦੀ ਨਹੀਂ ਮਿਲਦੀ ਵੱਖਰੀ ਗੱਲ ਆ, ਪਰ ਉਹਨਾਂ ਨੇ ਪੰਥਕ ਰਾਜਨੀਤੀ ਦੇ ਆਧਾਰਾਂ ਨੂੰ ਤਲਾਸ਼ਣਾ ਸ਼ੁਰੂ ਕਰਤਾ, ਕਿਉਂਕਿ ਹੋਰ ਕੋਈ ਰਸਤਾ ਬਚਦਾ ਨਹੀਂ, ਇੰਜ ਲੱਗ ਰਿਹਾ। ਕੀ ਕਹਿੰਦੇ ਹੋ? ਪੰਥਕ ਮੁੱਦਿਆਂ ਦੇ ਉੱਤੇ ਅਕਾਲੀ ਦਲ ਨੇ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰਕੇ ਸੰਗਰੂਰ ਬਾਈ ਇਲੈਕਸ਼ਨ ਤੋਂ ਬਾਅਦ, ਬੜੀ ਜ਼ਬਰਦਸਤ ਕੋਸ਼ਿਸ਼ ਕੀਤੀ ਕਿ ਉਹਦੇ ਰਾਹੀਂ ਅਕਾਲੀ ਦਲ ਨੂੰ ਰਿਵਾਈਵ ਕੀਤਾ ਜਾ ਸਕੇ। ਹੁਣ ਇਹ ਜਿਹੜਾ ਹਰਜਿੰਦਰ ਸਿੰਘ ਧਾਮੀ ਉਹਨਾਂ ਐਸਜੀਪੀਸੀ ਦੇ ਮੁਖੀ ਦੇ ਨੇ ਕੱਲ ਇੱਕ ਮੀਟਿੰਗ ਕਰਕੇ ਉਹਨਾਂ ਨੇ ਫੈਸਲਾ ਕੀਤਾ 20,000 ਰੁਪਏ ਪਰ ਮੰਥ ਅਸੀਂ ਉਹਨਾਂ ਬੰਦੀ ਸਿੱਖਾਂ ਦੇ ਪਰਿਵਾਰਾਂ ਨੂੰ ਬਤੌਰ ਪੈਨਸ਼ਨ ਜਾਂ ਬਤੌਰ ਭੱਤਾ ਉਹ ਹੁਣ ਦੇਣਾ ਸ਼ੁਰੂ ਕਰਾਂਗੇ। ਮੈਨੂੰ ਲੱਗਦਾ ਇਸ ਤੋਂ ਪਹਿਲੇ ਵੀ ਕਈ ਵਾਰ ਇਹ ਗੱਲ ਤੁਰੀ ਹੈ, ਔਰ ਜਦ ਰਾਜੂ ਉਹਨਾਂ ਨੂੰ ਵਿੱਤੀ ਸਹਾਇਤਾ ਦੀ ਗੱਲ ਸੀਗੀ ਜਾਂ ਕਈ ਪਰਿਵਾਰਾਂ ਦਾ ਇਹ ਵੀ ਕਹਿਣਾ ਸੀਗਾ ਕਿ ਭਾਵੇਂ ਐਸਜੀਪੀਸੀ ਨੇ ਪਹਿਲੇ ਵੀ ਕਦੀ ਅਨਾਉਂਸ ਕੀਤਾ ਸੀ ਇਸ ਤਰ੍ਹਾਂ ਦੀ ਸਹਾਇਤਾ ਦੀ ਗੱਲ, ਪਰ ਮਿਲੇ ਕਿਸੇ ਨੂੰ ਵੀ ਨਹੀਂ। ਪਰ ਹੁਣ ਇਹ ਫੈਸਲਾ ਲਿੱਤਾ ਗਿਆ, ਧਾਮੀ ਸਾਹਿਬ ਨੇ ਅਨਾਉਂਸ ਕੀਤਾ ਹੈ, ਚੰਗੀ ਗੱਲ ਹੈਗੀ ਹੈ, ਕਿਉਂਕਿ ਉਹਨਾਂ ਪਰਿਵਾਰਾਂ ਨੂੰ ਕੋਰਟ ਦਾ ਵੀ ਖਰਚਾ ਬੜਾ ਜ਼ਬਰਦਸਤ ਹੈ। ਔਰ ਧਾਮੀ ਸਾਹਿਬ ਨੇ ਇਹ ਵੀ ਗੱਲ ਕੀਤੀ ਕਿ ਕੇਸਾਂ ਨੂੰ ਲੜਨ ਵਾਸਤੇ ਯਾਨੀ ਕੋਰਟਾਂ ਦੇ ਵਿੱਚ ਵੀ ਜਿਸ ਤਰੀਕੇ ਦੀ ਵੀ ਮਦਦ ਦੀ ਲੋੜ ਹੋਏਗੀ ਉਹ ਦਿੱਤੀ ਜਾਏਗੀ। ਔਰ ਨਾਲ ਦੇ ਨਾਲ ਇੱਕ ਹੋਰ ਫੈਸਲਾ ਕੱਲ ਦੀ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਹੋਇਆ ਕਿ ਜਿਹੜਾ ਡੇਰਾ ਮੁਖੀ ਹੈ, ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੇ ਉਹਨੂੰ ਬਾਰ-ਬਾਰ ਪੈਰੋਲ ਦੇ ਕੇ ਔਰ ਇੱਥੇ ਤੱਕ ਕਿ ਜਿਹੜੇ ਸਟੇਟ ਲੈਵਲ ਦੇ ਫੰਕਸ਼ਨਸ ਦੇ ਵਿੱਚ ਇਨਵਾਈਟ ਕਰਕੇ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ, ਉਸ ਐਗਜ਼ਾਮਪਲ ਦੀ ਗੱਲ ਕਰੀਏ ਹੈ ਜਿਸ ਤਰੀਕੇ ਦੀ ਫੇਵਰਿਜ਼ਮ ਦੀ ਰਾਜਨੀਤੀ ਔਰ ਖਾਸ ਕਰਕੇ ਡੇਰਾ ਮੁਖੀ ਦੇ ਮਾਮਲੇ ਦੇ ਵਿੱਚ ਉਹਨੂੰ ਹਾਈ ਕੋਰਟ ਦੇ ਵਿੱਚ ਉਹ ਚੈਲੰਜ ਕਰਨ ਵਾਲੇ ਨੇ। ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇਹ ਪੁੱਛਿਆ ਜਾਏਗਾ ਕਿ ਕਿਉਂ ਇੰਨੀ ਫੇਵਰ ਇੱਕ ਬਲਤਕਾਰੀ ਇੱਕ ਹਥਿਆਰੇ ਨੂੰ ਕੀਤੀ ਜਾ ਰਹੀ ਹੈ, ਔਰ ਅਗਰ ਇਹ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਹਰਿਆਣਾ ਸਰਕਾਰ ਨੂੰ ਰੋਕਣ ਵਾਸਤੇ ਡੇਰਾ ਮੁਖੀ ਨੂੰ ਕਿਸੇ ਦੂਜੇ ਸੂਬੇ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਏ ਔਰ ਉਹਦਾ ਕੇਸ ਵੀ ਹਰਿਆਣਾ ਹਾਈ ਕੋਰਟ ਤੋਂ ਇਲਾਵਾ ਜਾਂ ਹਰਿਆਣਾ ਦੀ ਇਲਾਵਾ ਕਿਸੇ ਹੋਰ ਸੂਬੇ ਦੇ ਵਿੱਚ ਸ਼ਿਫਟ ਕੀਤਾ ਜਾਏ। ਇਸ ਮੁੱਦੇ ਨੂੰ ਲੈ ਕੇ ਐਸਜੀਪੀਸੀ ਹੁਣ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕਰਨ ਵਾਲੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।